हम अवगुण परे एक गुण नाही। अमृत छाड़ बिखै बिख खाई। माया मोह परम पै भूले। सुत दारा स्यों प्रीत लगाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। घोर रामदास राखो शरणाई। दंडोत बंदन अनेक बार। सर्व कला समरथ। डोलन ते राखो प्रभु। नानक देह कर हथ। सतनाम धन वाहे गुरु साहिब जियो। एक ओंकार सतगुर प्रसाद। आसा महला चौथा। छंत घर चौथा। हर अमृत भिन्ने लोएणा। मन प्रेम रतना राम राजे। हर अमृत भिन्ने लोएणा। मन प्रेम रतना राम राजे। मन राम कसवटी लाया। कंचन सोविना। गुरमुख रंग चलुलिया। मेरा मन तनो भिन्ना। जन नानक मुस्क चकोलिया। सब जन्म धन धन्ना। गुरमुख रंग चलुलिया। मेरा मन तनो भिन्ना। जन नानक मुस्क चकोलिया। सब जन्म धन धन्ना। वाहिगुरु जी का खालसा वाहिगुरु जी की फतेह। जुगो जुग अटल। चवर छतर तख्त दे मालिक। जुगो जुग अटल। साहिब श्री गुरु ग्रंथ साहिब सच्चे पातशाह महाराज जी दी अपार किरपा दा सदका
ਪਿਛਲੇ ਦਿਨਾਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਸ਼ਲੋਕਾਂ ਦੀ ਵਿਚਾਰ ਜਿਤਨੀ ਕੁ ਦਾਤਾਰ ਨੇ ਸੋਝੀ ਸਮਤ ਬਖਸ਼ੀ ਆਪ ਸੰਗਤ ਦੇ ਨਾਲ ਸਾਂਝੀ ਕੀਤੀ ਹੈ। ਅੱਜ ਆਪਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਰਾਗ ਆਸਾ ਦੇ ਅੰਦਰ ਉਚਾਰਨ ਕੀਤੇ ਹੋਏ ਜੋ ਸ਼ੰਤ ਨੇ, ਜਿਨ੍ਹਾਂ ਨੂੰ ਆਮ ਕੀਰਤਨੀਏ ਔਰ ਅਸੀਂ ਲੋਕ ਆਪਣੀ ਬੋਲ ਚਾਲ ਵਿੱਚ ਛੱਕੇ ਲਫ਼ਜ਼ ਨਾਲ ਵੀ ਸੰਗਤ ਵਿੱਚ ਇਹਦੀ ਗੱਲ ਕਰਨੇ ਖਾਂ, ਉਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਅੱਜ ਆਪ ਸੰਗਤ ਗੁਰੂ ਸਾਹਿਬ ਦੀ ਬਖਸ਼ਿਸ਼ ਔਰ ਆਪ ਜੀ ਦੇ ਧੁਰ ਅੰਦਰੋਂ ਉੱਠੇ ਹੋਏ ਅਸੀਸ ਰੂਪ ਫੁਰਨਿਆਂ ਦੇ ਨਾਲ ਅਸੀਂ ਆਰੰਭ ਕਰਾਂਗੇ। ਆਓ ਅੱਜ ਦੀ ਇਸ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਆਪ ਜਿੱਥੇ ਵੀ ਬੈਠੇ ਹੋ ਅਸੀਸ ਬਖਸ਼ੋ, ਤਾਂ ਜੋ ਮੈਂ ਆਪ ਜੀ ਦੇ ਸਨਮੁਖ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਦੀ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਕਰ ਸਕਾਂ। ਪਿਆਰ ਅਦਬ ਸਹਿਤ ਅਸੀਸ ਬਖਸ਼ ਦੇ ਕੋਈ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਸੰਬੰਧ, ਉਹਨਾਂ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਦੇ ਸੰਬੰਧ ਵਿੱਚ ਹਜ਼ੂਰ ਦੇ ਜੀਵਨ ਦੇ ਸੰਬੰਧ ਵਿੱਚ ਸੰਖੇਪ ਆਰੰਭ ਵਿੱਚ ਅੱਜ ਬੇਨਤੀ ਕਰਨੀ ਚਾਹੁੰਦਾ ਹਾਂ। ਆਪ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਕਿ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਦੇ ਵਿਰਾਸਤ ਦੇ ਜਾਂ ਉਹਨਾਂ ਦੀ ਗੱਦੀ ਦੇ ਚੌਥੇ ਸਵਰੂਪ ਨੇ। ਅਸੀਂ ਉਹਨਾਂ ਨੂੰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ। ਹਜ਼ੂਰ ਦਾ ਆਗਮਨ ਸਤੰਬਰ ਦਾ ਮਹੀਨਾ ਸਨ 1534 ਨੂੰ ਲਾਹੌਰ ਦੀ ਧਰਤੀ ਤੇ ਹੋਇਆ ਹੈ। ਚੂਨਾ ਮੰਡੀ ਦੇ ਵਿੱਚ ਸਤਿਗੁਰੂ ਜੀ ਦਾ ਉਹ ਅਸਥਾਨ ਹੈ। ਸਨਮਾਨਯੋਗ ਬਾਬਾ ਹਰਦਾਸ ਜੀ, ਪਿਤਾ ਬਾਬਾ ਹਰਦਾਸ ਜੀ ਔਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਆਗਮਨ ਹੁੰਦਾ ਹੈ। ਆਰੰਭਕ ਜੀਵਨ ਵਿੱਚ ਜੋ ਸਾਨੂੰ ਜਾਣਕਾਰੀ ਦਾਤਾਰ ਦੇ ਸੰਬੰਧ ਵਿੱਚ ਮਿਲਦੀ ਹੈ ਕਿ ਆਪ ਜੀ ਦੀ ਛੋਟੀ ਉਮਰ ਵਿੱਚ ਹੀ ਸਨਮਾਨਯੋਗ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ ਔਰ ਪਿਤਾ ਬਾਬਾ ਹਰਦਾਸ ਜੀ ਨੇ ਉਹਨਾਂ ਦੀ ਪਰਵਰਿਸ਼ ਪ੍ਰਾਰੰਭ ਕੀਤੀ ਤੇ 7 ਸਾਲ ਦੀ ਉਮਰ ਹੈ। ਇਤਿਹਾਸ ਕਹਿੰਦਾ ਹੈ
ਕਿ ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਉਹ ਵੀ ਅਕਾਲ ਚਲਾਣਾ ਕਰ ਗਏ। ਉਸ ਵਕਤ ਹਜ਼ੂਰ ਦੀ ਨਾਨੀ ਉਹ ਲਾਹੌਰ ਪਹੁੰਚਦੀ ਹੈ। ਉਸ ਮਾਤਾ ਦੀ ਬੇਟੀ ਦੀ ਸਮਝੋ ਕਿ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਪਹਿਲਾਂ ਚਲਾਣਾ ਕਰ ਚੁੱਕੇ ਨੇ, ਪਿਤਾ ਬਾਬਾ ਹਰਦਾਸ ਜੀ ਚਲਾਣਾ ਕਰ ਗਏ ਆ। ਸਾਡੀ ਤਵਾਰੀਖ ਮੁਤਾਬਕ ਕਿ ਉਸ ਵਕਤ ਨਾਨੀ ਨੇ ਆਪਣੇ ਬੱਚੇ ਨੂੰ ਘੁੰਗਣੀਆਂ, ਦੋਤੇ ਨੂੰ ਘੁੰਗਣੀਆਂ ਉਬਾਲ ਕੇ ਦੇਣੀਆਂ, ਤੇ ਉਹ ਆਪਣੇ ਸਿਰ ਤੇ ਟੋਕਰੀ ਰੱਖ ਕੇ ਲਾਹੌਰ ਦੇ ਉਸ ਬਾਜ਼ਾਰ ਵਿੱਚ ਉਹਨਾਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦੇ ਨੇ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਕੈਸੀ ਅਦਭੁਤ ਇਹ ਅਸਚਰਜ ਖੇਡ ਹੈ ਕਿ ਗੁਰੂ ਸਾਹਿਬ ਜਿਸ ਵਕਤ ਗੁਰੂ ਰਾਮਦਾਸ ਦਾ ਆਗਮਨ ਹੋਇਆ 1534 ਨੂੰ, ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਬਖਸ਼ਿਸ਼ ਕਰ ਰਹੇ ਨੇ, ਬਿਲਕੁਲ ਨਜ਼ਦੀਕ ਹੀ ਕਵਾਂ। ਉਸ ਵਕਤ ਗੁਰੂ ਅੰਗਦ ਦੇਵ ਜੀ ਨੂੰ ਉਸ ਸਾਲ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੋਇਆਂ ਜਾਂ ਕਰਤਾਰਪੁਰ ਸਿੱਖੀ ਕਮਾਂਦਿਆਂ 2 ਸਾਲ ਹੋ ਚੁੱਕੇ ਨੇ। ਉਧਰ ਪਿੰਡ ਬਾਸਰ ਕੇ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਨਿਵਾਸ ਰੱਖਦੇ ਨੇ। ਪਰ ਸਮੇਂ ਨਾਲ, ਵਕਤ ਨਾਲ ਹੀ ਹਰ ਚੀਜ਼ ਜਿਹੜੀ ਹੈ ਉਹ ਉਗੜ ਕੇ ਸਾਹਮਣੇ ਆਉਂਦੀ ਹੈ ਜਾਂ ਫਲੀਭੂਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਹਜ਼ੂਰ ਲਾਹੌਰ ਘੁੰਗਣੀਆਂ ਵੇਚਦੇ ਨੇ। ਦਾਸ ਪਿਛਲੇ ਸਾਲ ਮੈਂ ਕੱਲ ਪਰਸੋਂ ਵੀ ਅਰਜ਼ ਕੀਤੀ ਕਿ ਗੁਰੂ ਰਾਮਦਾਸ ਜੀ ਦੇ ਅਸਥਾਨ ਦੇ ਦਰਸ਼ਨ ਤਕਰੀਬਨ 2-2.5 ਮਹੀਨਿਆਂ ਵਿੱਚ 2 ਵਾਰੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗਲੀਆਂ ਬਿਲਕੁਲ ਛੋਟੀਆਂ ਨੇ ਤੇ ਜਦੋਂ ਉਸ ਗਲੀ ਚੋਂ ਲੰਘਦੇ ਸਾਂ ਅੰਦਰ ਦੀ ਭਾਵਨਾ ਹੈ ਜੀ, ਸੁਰਤ ਉਡਾਰੀ ਮਾਰ ਕੇ ਜ਼ਰੂਰ ਪਿਛੋਕੜ ਵੀ ਜਾਂਦੀ ਸੀ ਕਿ ਜਿਸ ਗਲੀ ਵਿੱਚੋਂ ਅੱਜ ਆਪਾਂ ਲੰਘ ਰਹੇ ਹਾਂ, ਇਸ ਗਲੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਲ ਵਰੇਸ ਵਿੱਚ ਆਪਣੇ ਪਿਤਾ ਜੀ ਦੀ ਅਰਥੀ ਉੱਠਦੀ ਦੇਖੀ ਤੇ ਇਸੇ ਗਲੀ ਦੇ ਵਿੱਚ ਉਹਨਾਂ ਨੇ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਹੈ। ਬੜੇ ਸੰਖੇਪ ਜੀ ਮੈਂ ਅਰਜ਼ ਕਰਦਿਆਂ ਕਿਉਂਕਿ ਜ਼ਰੂਰੀ ਸੀ, ਭਾਵੇਂ ਆਪ ਗੁਰੂ ਰਾਮਦਾਸ ਜੀ ਦੇ ਦਰਬਾਰ 'ਚੋਂ ਨਿਤਾ ਪ੍ਰਤੀ ਵਿਚਾਰਵਾਨ ਸੱਜਣਾ ਤੋਂ ਵਿਚਾਰ ਸਰਵਣ ਕਰਦੇ ਹੋ, ਪਰ ਸਤਿਗੁਰੂ ਦੀ ਬਾਣੀ ਦੀ ਆਰੰਭਤਾ ਲਈ ਪਹਿਲੇ ਦਿਨ ਸਿਰਫ ਸੰਖੇਪ ਜੀਆਂ ਬੇਨਤੀਆਂ ਨੇ। ਨਾਨੀ ਨੇ ਕੁਛ ਦਿਨ ਉੱਥੇ ਪਾਲਿਆ ਤੇ ਇਹ ਆਪਾਂ ਪਿਛਲੇ ਦਿਨੀ ਵਾਚ ਚੁੱਕੇ ਹਾਂ ਕਿ ਇਸ ਦੁਨੀਆ ਵਿੱਚ ਸੁੱਖ ਦੇ, ਧਨ ਦੇ, ਸਹੂਲਤਾਂ ਦੇ ਰਿਸ਼ਤੇ ਹੁੰਦੇ ਆ, ਦੁੱਖ ਦਾ, ਗਰੀਬੀ ਦਾ ਤੇ ਨਿਰਧਨਤਾਈ ਦਾ ਕੋਈ ਜ਼ਿਆਦਾ ਰਿਸ਼ਤਾ ਨਹੀਂ ਹੁੰਦਾ। ਭਾਵੇਂ ਖੂਨ ਦਾ ਵੀ ਰਿਸ਼ਤਾ ਹੋਵੇ, ਉਹ ਵੀ ਖੂਨ ਦੇ ਰਿਸ਼ਤੇ ਜਿਹੜੇ ਨੇ ਦੁੱਖ ਵੇਲੇ ਸਾਥ ਛੱਡ ਜਾਂਦੇ ਆ। ਮੇਰੇ ਮਨ 'ਚ ਅੱਜ ਕਬੀਰ ਸਾਹਿਬ ਜੀ ਦਾ ਕੱਲ ਵੀ ਅਸੀਂ ਜ਼ਿਕਰ ਕੀਤਾ, ਪਰਸੋਂ ਵੀ, ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ। ਕਹਿੰਦੇ ਨੇ, ਪਿਆਰਿਓ ਯਾਦ ਰੱਖੋ ਕਿ ਗਰੀਬ ਬੰਦਾ ਗੁਣੀ ਵੀ ਹੋਵੇ ਤੇ ਕਈ ਵਾਰੀ ਲੋਕ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਅਮੀਰ ਬੰਦਾ ਇੱਕ ਧੇਲੇ ਦੀ ਗੱਲ ਨਾ ਕਰੇ ਤੇ ਖੁਸ਼ਾਮਦੀ ਬੰਦੇ ਵਾਹ 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 ਕਿਆ ਬਾਤ ਹੋਗੀ, ਕਿਆ ਬਾਤ ਹੋਗੀ, ਇਸ ਤਰ੍ਹਾਂ ਹੀ ਕਰਦੇ। ਤੇ ਮੇਰੇ ਮਨ 'ਚ 2 ਸ਼ਬਦ ਆਏ। ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਹੈ ਕਿ ਆਤ ਸੈਲ ਨੀਚ ਘਰ ਹੋਏ, ਪੈਸਾ ਨੀਚ ਤੋਂ ਨੀਚ ਕਰਮ ਕਰਨ ਵਾਲੇ ਦੇ ਘਰ ਹੋਵੇਗਾ। ਤੇ ਅੱਗੇ ਕਹਿੰਦੇ ਨੇ, ਆਤ ਦੇਖ ਨਿਵੈ ਜਿਸ ਦੋਏ, ਪੈਸਾ ਦੇਖ ਕੇ ਵੱਡਾ ਵੀ ਛੋਟਾ ਵੀ ਧਰਮੀ ਵੀ। ਕੱਲ ਵੀ ਮੈਂ ਅਰਜ਼ ਕੀਤੀ ਕਿ ਜਿਹੜਾ ਆਪਣੇ ਆਪ ਨੂੰ ਧਰਮੀ ਕਹਿੰਦਾ ਉਹ ਵੀ। ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ। ਜੇ ਘਰ ਪੈਸੇ ਨੇ ਤੇ ਮੂਰਖ ਵੀ ਸਿਆਣੇ ਨੇ, ਜਿਹਨੂੰ ਅਸੀਂ ਆਪਣੀ ਬੋਲੀ 'ਚ ਆਮ ਤੌਰ 'ਤੇ ਇਹ ਸ਼ਬਦ ਵਰਤਦੇ ਹਾਂ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਇਹ ਮਹਾਰਾਜ ਕਹਿ ਰਹੇ ਆ ਕਿ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੈ ਜਿਸ ਦੋਏ, ਆਤ ਹੋਏ ਤਾਂ ਮੁਗਧ ਸਿਆਣਾ, ਭਗਤ ਵੀ ਹੋਣਾ ਜਗ ਬਿਉਰਾਨਾ। ਪੈਸੇ ਹਨ ਤਾਂ ਮੂਰਖ ਵੀ ਸਿਆਣਿਆਂ ਦੀ ਕਤਾਰ 'ਚ ਆ ਜਾਂਦੇ ਆ ਸੰਸਾਰੀ ਤੌਰ 'ਤੇ,
ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ। ਉਹਨਾਂ ਨੇ ਫਰਮਾਇਆ ਕਿ ਗਰੀਬ ਬੰਦੇ ਨੂੰ ਉਹ ਮਾਨ ਸਨਮਾਨ ਇੱਜ਼ਤ ਬਹੁਤ ਘੱਟ ਹੈ। ਦਾਸ ਤਾਂ ਕਈ ਵਾਰੀ ਕਹਿੰਦਾ ਕਿ ਮੇਰੇ ਸਤਿਗੁਰੂ ਤੁਸੀਂ ਲਾਲੋ ਦੇ ਘਰ ਰਬਾਬ ਵਜਾਈ, ਤੁਸੀਂ ਉਹਦੇ ਚੌਂਕੇ 'ਚ ਕੋਦਰੇ ਦੀ ਰੋਟੀ ਖਾਧੀ, ਤੁਸੀਂ ਸੱਚਮੁੱਚ ਕਿੰਨਾ ਸਮਾਂ ਜਿੱਥੇ ਬਾਹਰ ਇਬਾਦਤ ਕੀਤੀ, ਰਾਤ ਨੂੰ ਲਾਲੋ ਦੇ ਘਰ 'ਚ ਰਹਿਣਾ, ਸ਼ਾਇਦ ਅੱਜ ਮਲਕ ਭਾਗੋ ਨੂੰ ਤਾਂ ਸਰੋਪਾ ਦਿੱਤਾ ਜਾਂਦਾ, ਲਾਲੋ ਨੂੰ ਨਹੀਂ। ਪਰ ਖੈਰ ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਿਹਾ ਕਿ ਨਿਰਦਨ ਆਦਰ ਕੋਈ ਨਾ ਦੇ, ਲਾਖ ਜਤਨ ਕਰੈ ਉਹ ਚਿਤ ਨਾ ਧਰੈ, ਜੋ ਨਿਰਦਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਬਿਰਾਏ। ਗਰੀਬ ਬੰਦਾ ਅਮੀਰ ਦੇ ਘਰ ਜਾਏ, ਉਧਰ ਪਿੱਠ ਕਰ ਲੈਂਦਾ, ਉਹਦੇ ਨਾਲ ਬੋਲਦਾ ਨਹੀਂ ਚੰਗੀ ਤਰ੍ਹਾਂ। ਨਿਰਦਨ ਆਦਰ ਕੋਈ ਨਾ ਦੇ, ਲਾਖ ਜਤਨ ਕਰੈ ਉਹ ਚਿਤ ਨਾ ਧਰੈ, ਜੋ ਨਿਰਦਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਬਿਰਾਏ। ਅੱਗੇ ਮਹਾਰਾਜ ਕਹਿੰਦੇ ਜੋ ਸਰਦਨ ਨਿਰਦਨ ਕਹਿ ਜਾਏ, ਦਿਆ ਆਦਰ ਲਿਆ ਬੁਲਾਏ। ਗਰੀਬ ਦੇ ਘਰ ਅਮੀਰ ਚਲਾ ਜਾਏ, ਉਹਨੂੰ ਬਿਠਾਉਣ ਨੂੰ ਥਾਂ ਨਹੀਂ ਮਿਲਦੀ। ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਮੈਂ ਇਸ ਕਰਕੇ ਬੇਨਤੀ ਕੀਤੀ ਕਿ ਵਕਤ ਆਇਆ, ਆਖਰ ਉਹੀ ਸੋਢੀ ਸਨ ਜਿਹੜੇ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਅਸੀਨ ਹੋਏ ਤੇ ਕਹਿੰਦੇ ਸਾਡੇ ਚਲੋ ਬੱਚੇ ਦਾ ਵਿਆਹ, ਤੁਹਾਡੇ ਨਾਲ ਸਾਡੀ ਗੱਲ ਬਣੇਗੀ। ਇਹ ਆਖਰ ਉਹਨਾਂ ਦੇ ਬਜ਼ੁਰਗ, ਉਹਨਾਂ ਦੀ ਬਿਰਾਦਰੀ ਦੇ ਲੋਕ ਉੱਥੇ ਰਹਿ ਰਹੇ ਆ, ਪਰ ਸੱਚ ਇਹ ਵੇ ਕਿਸੇ ਨੇ ਪਰਵਰਿਸ਼ ਨਹੀਂ ਕੀਤੀ, ਕਿਸੇ ਨੇ ਸੰਭਾਲਿਆ ਨਹੀਂ। ਨਾਨੀ ਆਪਣੇ ਦੋਤੇ ਨੂੰ ਲੈ ਕੇ ਪਿੰਡ ਬਾਸਰ ਕੇ ਆ ਗਈ। ਕੁਝ ਵਿਦਵਾਨ ਇਹ ਕਹਿੰਦੇ ਆ ਕਿ ਗੁਰੂ ਅਮਰਦਾਸ ਦੇ ਕੋਲ ਗੋਇੰਦਵਾਲ ਸਾਹਿਬ ਜਦੋਂ ਆਉਂਦੇ ਆ ਤੇ ਉਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਰਬਲਾ ਜਿਹੜੀ ਉਮਰ ਹੈ ਉਹ 12 ਕੁ ਸਾਲ ਹੈ। ਇੱਥੇ ਹਜ਼ੂਰ ਦੇ ਦਰਸ਼ਨ ਕੀਤੇ, ਮਹਾਰਾਜ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਸੇਵਾ ਵਿੱਚ ਜੁਟ ਪਏ। 21 ਸਾਲ ਦੇ ਕਰੀਬ ਵਕਤ ਬਣਦਾ ਹੈ, ਕਿਉਂਕਿ 46 ਸਾਲ 11 ਮਹੀਨੇ ਤੇ 6 ਦਿਨ ਮਹਾਰਾਜ ਸਰੀਰਕ ਚੋਲੇ 'ਚ ਵਿਚਰੇ ਆ। ਤੇ ਮੇਰਾ ਖਿਆਲ ਸਤਿਗੁਰੂ ਦੇ ਤਕਰੀਬਨ 20-21 ਸਾਲ ਦੇ ਕਰੀਬ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸੇਵਾ ਕੀਤੀ। ਫਿਰ ਦੇਖੋ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਝਾੜੂ ਲਾਉਣਾ, ਭਾਂਡੇ ਧੋਣੇ, ਲੰਗਰ ਦੀ ਸੇਵਾ ਕਰਨੀ, ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਣਾ। ਤੇ ਉਸ ਵੱਲ ਗੋਇੰਦਵਾਲ, ਉਸ ਵਕਤ ਗੋਇੰਦਵਾਲ ਦਾ ਘਾਟ ਸੀ। ਜਿਹੜੇ ਲੋਕ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਸਨ ਜਾਂ ਦਿੱਲੀ ਤੋਂ ਲਾਹੌਰ ਨੂੰ ਜਾਣਾ, ਤੇ ਗੋਇੰਦਵਾਲ ਦੇ ਘਾਟ ਤੋਂ, ਗੋਇੰਦਵਾਲ ਸਾਹਿਬ ਦੇ ਘਾਟ ਤੋਂ ਲੋਕ ਦਰਿਆ ਆਰ ਪਾਰ ਕਰਦੇ ਸਨ। ਉਸ ਘਾਟ ਉੱਤੇ ਘੁੰਗਣੀਆਂ ਵੀ ਵੇਚੀਆਂ, ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੇਟੀ ਸਨਮਾਨਯੋਗ ਬੀਬੀ ਭਾਨੀ ਦਾ ਰਿਸ਼ਤਾ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਬੇਟੀ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਵਿਵਾਹ ਗੁਰੂ ਰਾਮਦਾਸ ਮਹਾਰਾਜ ਨਾਲ ਕੀਤਾ। ਮੈਂ ਗੁਰੂ ਸ਼ਬਦ ਹੀ ਵਰਤਣਾ ਪਿਆ, ਭਾਵੇਂ ਜੇਠਾ ਸ਼ਬਦ ਵਰਤ ਰਿਹਾ ਵਾਂ, ਵਰਤਦੇ ਰਹੇ ਹਾਂ, ਪਰ ਮੇਰੇ ਮਨ 'ਚ ਇੱਕ ਦਿਨ ਆਇਆ ਕਿ ਜੇਠਾ ਸ਼ਬਦ ਪ੍ਰਚਲਿਤ ਹਿਸਟਰੀ ਵਿੱਚ ਵੀ ਹੈ ਨਾ। ਭਾਈ ਗੁਰਦਾਸ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ, ਭਾਈ ਨੰਦ ਲਾਲ ਸਾਹਿਬ ਜੀ ਨੇ, ਇਹਨਾਂ ਸਾਰੀਆਂ ਰਚਨਾਵਾਂ 'ਚ, ਈਵਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਵੀ ਰਚਨਾ ਵਿੱਚ, ਹਾਂ ਜੇ ਕਿਸੇ ਪੜ੍ਹਿਆ ਹੋਵੇ ਜ਼ਰੂਰ ਦਰੁਸਤ ਕਰਿਓ ਮੈਨੂੰ, ਕਿਸੇ ਰਚਨਾ ਵਿੱਚ ਮੈਂ ਜੇਠਾ ਲਫ਼ਜ਼ ਨਹੀਂ ਪੜ੍ਹਿਆ, ਪਰ ਰਾਮਦਾਸ ਹੀ ਜ਼ਿਕਰ ਕੀਤਾ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਵਿਵਾਹ ਹੋਇਆ ਤੇ ਉਹਨਾਂ ਨੇ ਜੋ ਕੁਝ ਗੁਰੂ ਅਮਰਦਾਸ ਤੋਂ ਲਿਆ, ਗੁਰੂ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਬੇਟੀ ਦੇ ਰੂਪ ਵਿੱਚ ਸ਼ਬਦ ਕਹਿ ਕੇ ਉਹ ਬਾਣੀ 'ਚ ਦਰਜ ਵੀ ਕੀਤਾ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਕਰ ਸ਼ੋਭਾ ਹੋਈ, ਇਹ ਦਾਨ ਨਾ ਰਲਿਆ ਰਲਾਇਆ। ਕਹਿੰਦੇ ਨੇ ਕਿ ਮੇਰੇ ਬਾਬੁਲ, ਧੀਆਂ ਨੂੰ ਲੋਕ ਬਸਤਰ ਦਿੰਦੇ ਆ, ਗਹਿਣੇ ਦਿੰਦੇ ਆ, ਤੇ ਦਾਜ ਜ਼ਿਆਦਾ ਹੋਵੇ ਤੇ ਲੋਕ ਵਡਿਆਈ ਕਰਦੇ ਆ। ਸਾਡੀ ਝੋਲੀ ਤੁਸੀਂ ਨਾਮ ਦਾ ਬਸਤਰ ਪਾ ਦਿਓ, ਆਪਣੀ ਬਖਸ਼ਿਸ਼ ਨਾਮ ਦੀ ਸਾਨੂੰ ਸ਼ੋਭਾ ਦੇ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ, ਮੈਂ ਬੇਨਤੀ ਕਰਾਂ, ਉਹਨਾਂ ਆਪਣੀ ਖਿਆਤੀ 'ਚ ਕਰੜੀਆਂ ਪ੍ਰੀਖਿਆ ਵੀ ਲਈਆਂ, ਕਿਉਂਕਿ ਅੱਜ ਦਾ ਜਿਹੜਾ ਅਸੀਂ ਸੰਤ ਵਿਚਾਰਾਂਗੇ ਨਾ ਜੀ, ਪਹਿਲਾ ਪਦਾ ਇਹਦੇ ਵਿੱਚ ਗੁਰੂ ਰਾਮਦਾਸ ਕਿਸੇ ਦੂਜੇ ਦੀ ਗੱਲ ਨਹੀਂ ਕਰ ਰਿਹਾ ਜੀ। ਆਪ ਜੀ ਦੇਖੋ, ਜਦੋਂ ਅਰਥ ਕਰਾਂਗੇ ਇਸ ਵਿੱਚ ਗੁਰੂ ਰਾਮਦਾਸ ਆਪਣੇ ਆਤਮਿਕ ਅਵਸਥਾ ਦੀ ਉੱਚਤਾ ਦੀ ਗੱਲ ਕਰ ਰਹੇ ਆ।
ਤੇ ਖੌਮੇ 'ਚ ਨਹੀਂ। ਇੱਕ ਇੱਕ ਲਫ਼ਜ਼ ਆਪਾਂ ਅਰਥ ਜਦੋਂ ਵੇਖਾਂਗੇ ਤੇ ਫਿਰ ਉਸ ਵਿੱਚ ਪ੍ਰਤੀਤ ਹੋਵੇਗਾ ਕਿੰਨੀ ਨਿਮਰਤਾ ਨਾਲ ਗੁਰੂ ਰਾਮਦਾਸ ਥੋੜ੍ਹਾ ਜਿਹਾ ਜੀਵਨ ਆਰੰਭ 'ਚ ਕਹਿਣ ਲਈ। ਇੱਥੇ ਮਹਾਰਾਜ ਜੀ ਨੇ ਟੋਕਰੀ ਵੀ ਢੋਈ, ਇੱਥੇ ਮਹਾਰਾਜ ਜੀ ਨੇ ਸੇਵਾ ਕਰਦਿਆਂ ਨਿਮਰਤਾ ਭਾਵਨਾ ਨਾਲ ਆਪਣਾ ਆਪਾ ਸਮਰਪਿਤ ਕਰ ਦਿੱਤਾ। ਇੱਕ ਉਦਾਹਰਨ ਸਾਡੇ ਸਾਹਮਣੇ ਹੈ ਇਤਿਹਾਸ ਵਿੱਚੋਂ, ਖਾਸ ਕਰਕੇ ਥੜੇ ਬਣਾਉਣ ਦੀ ਆਮ ਤੌਰ 'ਤੇ ਸੁਣਾਈ ਜਾਂਦੀ ਹੈ ਕਿ ਗੁਰੂ ਅਮਰਦਾਸ ਅੰਤਲੇ ਵੇਲੇ ਆਪਣੇ ਦੋਨੋਂ ਦਾਮਾਦ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ, ਇਹਨਾਂ ਨੂੰ ਨਿਸ਼ਾਨ ਲਾ ਕੇ ਦਿੱਤਾ ਕਿ ਤੁਸੀਂ ਇੱਥੇ ਥੜੇ ਬਣਾਉਣੇ ਨੇ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਕਿ ਸਿਰਫ ਸੰਖੇਪ ਜਿਹਾ। ਪਹਿਲੇ ਦਿਨ ਬਣਾਏ, ਗੁਰੂ ਅਮਰਦਾਸ ਜੀ ਨੇ ਕਿਹਾ ਇਹ ਥੜਾ ਢਾਹ ਦਿਓ, ਮੇਰੀ ਮਰਜ਼ੀ ਦਾ ਨਹੀਂ ਬਣਿਆ। ਢਾਹ ਦਿੱਤਾ। ਦੂਜੇ ਦਿਨ ਫਿਰ ਦੱਸ ਗਏ, ਦੂਜੇ ਦਿਨ ਬਣਾਇਆ, ਫਿਰ ਢਵਾ ਦਿੱਤਾ, ਤੀਜੇ ਦਿਨ ਢਵਾਇਆ। ਜਿੱਦਣ ਤੀਸਰੇ ਦਿਨ ਸ਼ਾਮ ਨੂੰ ਗੁਰੂ ਅਮਰਦਾਸ ਕਹਿਣ ਲੱਗੇ ਕਿ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ। ਭਾਈ ਰਾਮਾ ਨੂੰ ਕਿਹਾ ਥੜਾ ਢਾਹ ਦੇ। ਇਤਿਹਾਸ ਕਹਿੰਦਾ ਉਹਨੇ ਅੱਗੋਂ ਉੱਤਰ ਪਤਾ ਕੀ ਦਿੱਤਾ, ਕਹਿੰਦਾ ਮੈਂ ਨਹੀਂ ਅੱਜ ਢਾਣਾ। ਮਹਾਰਾਜ ਕਹਿੰਦੇ ਆ ਕਿਉਂ? ਕਹਿੰਦਾ ਪਹਿਲਾਂ ਦੇਖੋ 2 ਦਿਨ ਮੈਂ ਸੁਣੀ ਗਿਆ, ਜਿਵੇਂ ਆਪ ਜੀ ਕਹਿੰਦੇ ਹੋ ਮੈਂ ਉਸੇ ਤਰ੍ਹਾਂ ਥੜੇ ਦਾ ਨਿਰਮਾਣ ਕੀਤਾ, ਪਰ ਮੇਰਾ ਕਸੂਰ ਕੋਈ ਨਹੀਂ। ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਤੁਸੀਂ ਜੋ ਸਵੇਰੇ ਕਹਿੰਦੇ ਹੋ ਭੁੱਲ ਜਾਂਦੇ ਹੋ। ਬਸ ਇੱਥੇ ਬੰਦਾ ਆ ਕੇ ਮਾਰ ਖਾ ਜਾਂਦਾ ਹੈ। ਜਿੱਦਣ ਇਹ ਕਹਿਣ ਲੱਗ ਪਏ ਮੈਨੂੰ ਸਮਝ ਪੈ ਗਈ ਗੁਰੂ ਨੂੰ ਕੁਝ ਪਤਾ ਨਹੀਂ। ਪਿਆਰਿਓ, ਜਗਿਆਸੂ ਅਨੇਕਾਂ ਭੁੱਲਾਂ ਕਰੇ, ਵੈਸੇ ਨਹੀਂ ਮੈਂ ਕਹਿ ਰਿਹਾ ਪਾਪ ਕਰਨੇ ਚਾਹੀਦੇ ਨੇ, ਅਨੇਕਾਂ ਗਲਤੀਆਂ ਸੀ ਕਰਨੇ ਆ, ਪਰ ਜਦੋਂ ਬੰਦੇ ਦੇ ਅੰਦਰ ਦੀ ਖੌਮੇ ਇਹ ਕਹਿਣ ਲੱਗ ਪਵੇ ਕਿ ਗੁਰੂ ਤਾਂ ਪੁਰਾਣੀਆਂ ਗੱਲਾਂ ਕਰਦਾ ਹੈ, ਮੈਂ ਤਾਂ ਅਜੋਕੇ ਸਮੇਂ 'ਚ ਵਿਚਰਨਾ, ਮੈਨੂੰ ਬਹੁਤ ਪਤਾ ਹੈ। ਨਹੀਂ ਪਿਆਰਿਓ, ਚੇਤੇ ਰੱਖਿਓ, ਸੁਰਤ ਕਰਕੇ, ਮਤ ਕਰਕੇ, ਅਕਲ ਕਰਕੇ, ਬੁੱਧੀ ਕਰਕੇ ਜਿਹੜਾ ਗੁਰੂ ਤੋਂ ਅੱਗੇ ਨਿਕਲਣ ਦੀ ਯਤਨ ਕਰੇਗਾ ਨਾ, ਉਹ ਜ਼ਿੰਦਗੀ 'ਚ ਕਦੀ ਸਫਲ ਨਹੀਂ ਹੋਇਆ। ਮੈਂ ਅੱਜ ਬੇਨਤੀ ਕਰਨੀ, ਮਹਾਰਾਜ ਤੇ ਏਡੀ ਵੱਡੀ ਬਖਸ਼ਿਸ਼, ਤੇ ਗੁਰੂ ਰਾਮਦਾਸ ਕਿੰਨੀ ਉਹ ਨਿਮਰਤਾ ਨਾਲ ਕਹਿੰਦੇ ਆ। ਹਜ਼ੂਰ ਨੇ ਕਿਹਾ ਢਾਹ, ਉਹਨੇ ਕਿਹਾ ਮੈਂ ਕੱਲ੍ਹ ਨੂੰ ਬਣਾਉਣਾ ਨਹੀਂ। ਚੌਥੇ ਦਿਨ ਗੁਰੂ ਰਾਮਦਾਸ ਆਏ, ਉਹਨਾਂ ਫਿਰ ਥੜਾ ਬਣਾਇਆ, 5ਵੇਂ ਦਿਨ ਵੀ ਬਣਾਇਆ, 6ਵੇਂ ਦਿਨ ਵੀ, 7 ਦਿਨ ਲਗਾਤਾਰ ਥੜੇ ਬਣਾਉਂਦੇ ਰਹੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਢਾਹ ਦਿਓ, ਉਹਨੂੰ ਢਾਹ ਦਿੱਤਾ। ਜਦੋਂ 7ਵੇਂ ਦਿਨ ਆਏ ਨਾ ਜੀ, 6 ਦਿਨ ਲਗਾਤਾਰ ਢਾਹ ਦਿੱਤੇ, 7ਵੇਂ ਦਿਨ ਆਏ ਤੇ ਗੁਰੂ ਰਾਮਦਾਸ ਜੀ ਦੇ ਨੇਤਰਾਂ 'ਚ ਨੀਰ ਸੀ। ਚਲੋ ਮੈਂ ਨੀਰ ਸ਼ਬਦ ਵਰਤਿਆ, ਪਰ ਅੱਜ ਗੁਰੂ ਜੀ ਬਾਣੀ 'ਚ ਕਹਿਣਗੇ ਉਹ ਨੀਰ ਨਹੀਂ, ਉਹ ਗੁਰੂ ਦੇ ਪ੍ਰੇਮ 'ਚ ਭਿੱਜਾ ਹੋਇਆ ਅੱਖਾਂ ਵਿੱਚੋਂ ਅੰਮ੍ਰਿਤ ਸਿਮਦਾ ਪਿਆ ਹੈ। ਇਹ ਬਾਣੀ ਦੇ ਬਚਨ ਨੇ। ਅੱਜ ਮਹਾਰਾਜ ਜੀ ਦੇ ਨੇਤਰ ਭਿੱਜੇ, ਪਤਾ ਨਹੀਂ ਹੈ ਸਤਿਗੁਰੂ ਕੀ ਕਹਿਣਗੇ। ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਵੇਖ ਕੇ ਥੜਾ ਹਾਥੀ ਸੋਟੀ ਹੁੰਦੀ ਸੀ ਮਹਾਰਾਜ ਦੇ ਖੁੰਡੀ, ਧੰਨ ਗੁਰੂ ਅਮਰਦਾਸ ਜੀ ਦੇ, ਦੇਖ ਕੇ ਕਹਿਣ ਲੱਗੇ ਮੇਰੀ ਮਰਜ਼ੀ ਦਾ ਨਹੀਂ ਬਣਿਆ, ਢਾਹ ਦੇ। ਪਿਆਰਿਓ, ਚਰਨ ਪਕੜ ਲਓ ਉਸੇ ਵੇਲੇ। ਇਹ 7 ਥੜੇ ਨਹੀਂ ਸਨ, 7 ਦਿਨਾਂ ਦੀ ਉਹ ਸਾਧਨਾ ਹੈ। 7 ਦਿਨ ਉਹ ਹੁਕਮੀ ਬੰਦੇ ਨੇ ਹੁਕਮ ਕਮਾਇਆ, 7 ਦਿਨ ਮੁੱਲ ਖਰੀਦੀ ਲਾਲਾ ਗੋਲਾ ਸਮਰਪਿਤ ਹੋ ਗਿਆ, 7 ਦਿਨ ਮੁਰਦਾ ਹੋਏ ਮੁਰੀਦ ਹੋ ਗਿਆ। ਸੇਵਾ ਤਾਂ ਪਹਿਲਾਂ ਕਰ ਰਹੇ ਸਨ, ਪਰ ਮਹਾਰਾਜ ਜੀ ਨੇ ਕਿਹਾ ਜਦੋਂ ਢਾਹ ਦਿਆ ਮੇਰੀ ਮਰਜ਼ੀ ਦਾ ਕਿਉਂ ਨਹੀਂ ਬਣਦਾ। ਚਰਨ ਪਕੜ ਕੇ ਸ਼ਬਦ ਸੁਣਨ ਵਾਲੇ ਨੇ, ਕਹਿੰਦੇ ਨੇ ਸਤਿਗੁਰੂ ਤੇਰੀ ਮਰਜ਼ੀ ਦਾ ਬਣ ਵੀ ਨਹੀਂ ਸਕਦਾ। ਮਹਾਰਾਜ ਹੱਸ ਪਏ, ਕਹਿੰਦੇ ਨੇ ਕਿਉਂ? ਕਹਿੰਦਾ ਸਤਿਗੁਰੂ ਕਿ ਤੇਰੀ ਮਰਜ਼ੀ ਦਾ ਕਿਵੇਂ ਬਣਾ ਜਾਵਾਂਗਾ। ਹੁਣ ਦੇਖਿਓ, ਪਹਿਲੇ ਨੇ ਤੀਸਰੇ ਦਿਨ ਕਹਿ ਦਿੱਤਾ ਸੀ ਦਮਾਦ ਨੇ ਕਿ ਤੁਸੀਂ ਭੁੱਲ ਜਾਂਦੇ ਹੋ ਮੈਂ ਠੀਕ ਬਣਾ ਰਿਹਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਦਾ ਤਾਂ ਨਹੀਂ ਬਣਨਾ ਜੋ ਤੁਸੀਂ ਸਵੇਰੇ ਦੱਸਦੇ ਹੋ, ਮੈਂ ਵਿਸਰ ਜਾਣਾ, ਮੈਨੂੰ ਭੁੱਲ ਜਾਂਦਾ ਹੈ। ਬਸ ਇੱਥੇ ਫਰਕ ਜੇ, ਜਦੋਂ ਇਹ ਬੰਦਾ ਸਮਝ ਲੈ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਤੂੰ ਸਮਰੱਥ ਹੈ, ਮੈਨੂੰ ਸਮਝ ਨਹੀਂ ਪੈ ਰਹੀ, ਤੂੰ ਜਣਾਏਗਾ ਤੇ ਤਾਂ ਹੀ ਹੈ ਨਾ। ਮਹਾਰਾਜ ਤੁਸੀਂ ਕਰਦੇ ਹੋ ਕਿਰਪਾ, ਮੈਂ ਭੁੱਲ ਜਾਣਾ। ਤੇ ਅਗਲਾ ਫਿਰ ਜਿਹੜਾ ਬਚਨ ਕਿਹਾ, ਕਹਿੰਦੇ ਸਤਿਗੁਰੂ ਇੱਕ ਦਿਨ ਕੋਈ ਗਲਤੀ ਕਰੇ, 2 ਦਿਨ ਕੋਈ ਗਲਤੀ ਕਰੇ, 3 ਦਿਨ ਕੋਈ ਗਲਤੀ ਕਰੇ, ਅੱਜ 7 ਦਿਨ ਹੋ ਗਏ ਨੇ, ਤੁਹਾਡੀ ਨਜ਼ਰ ਵਿੱਚ ਤੁਹਾਡੇ ਅਨੁਸਾਰ ਥੜਾ ਨਹੀਂ ਬਣ ਰਿਹਾ। ਇੱਕ ਤਾਂ ਮੈਨੂੰ ਬਖਸ਼ ਦੇ, ਮੇਰੀ ਅਕਲ ਸਮਰੱਥ ਨਹੀਂ ਮੈਂ ਸਮਝ ਸਕਾਂ,
ਦੂਜਾ ਜਿਹੜੀਆਂ 7 ਦਿਨ ਭੁੱਲਾਂ ਕੀਤੀਆਂ ਨੇ ਮੈਨੂੰ ਬਖਸ਼ ਦੇ। ਪਿਆਰਿਓ, ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। ਡਾਕਟਰ ਤਾਰਨ ਸਿੰਘ ਲਿਖਦਾ ਹੈ ਕਿ 7 ਥੜੇ ਨਹੀਂ ਬਣੇ ਹੋ, ਸੋਢੀ ਪਰਿਵਾਰ ਵਿੱਚ 7 ਸਰੀਰ, 7 ਸਰੀਰਾਂ ਵਾਸਤੇ ਗੱਦੀ ਦੇ ਥੜੇ ਬਣਾ ਦਿੱਤੇ ਆ, ਗੱਦੀ ਬਣਾ ਦਿੱਤੀ। ਮਹਾਰਾਜ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ, ਗੁਰਪ੍ਰਤਾਪ ਸੂਰਜ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਗੁਰੂ ਰਾਮਦਾਸ ਕਹਿੰਦੇ ਨੇ, ਖਾਓ ਅਜਾਨ ਨਿਤ ਭੂਲਣ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ। ਤੁਸੀਂ ਵਾਰ-ਵਾਰ ਮੈਨੂੰ ਬਖਸ਼ ਰਹੇ ਹੋ। ਮੁੱਕ ਦੀ ਗੱਲ ਕੀ ਸਮਾਂ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਅੰਤਲੇ ਸਮੇਂ ਗੁਰਤਾ ਗੱਦੀ ਜਿਹੜੀ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤੀ। ਬਾਬਾ ਬੁੱਢਾ ਸਾਹਿਬ ਬੌਲੀ ਸਾਹਿਬ 'ਚੋਂ ਇਸ਼ਨਾਨ ਕਰਾ ਕੇ ਲਿਆਏ, ਸੁੰਦਰ ਬਸਤਰ ਪਹਿਨਾਏ, ਅਤੇ ਬਾਬਾ ਸੁੰਦਰ ਜੀ ਦਾ ਰਾਮਕਲੀ ਸਾਧ ਹੈ ਗੁਰੂ ਗ੍ਰੰਥ ਸਾਹਿਬ 'ਚ। 6 ਉਹਦੀਆਂ ਪੌੜੀਆਂ ਨੇ, 6 ਪਦੇ ਨੇ। ਉਸ ਵਿੱਚ ਬਾਬਾ ਸੁੰਦਰ ਜੀ ਨੇ ਦੱਸਿਆ ਕਿ ਕਿਵੇਂ ਉਹ ਸਾਰੀ ਅੰਤਲੇ ਜਿਹੜੇ ਬਚਨ ਹੋਏ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੀ। ਅਤੇ ਉੱਥੇ ਸ਼ਬਦ ਵੀ ਕਹੇ ਕਿ ਸਤਿਗੁਰੂ ਪ੍ਰਤੱਖ ਹੁੰਦਾ, ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਉੱਥੇ ਮਹਾਰਾਜ ਜੀ ਨੇ ਕਿਹਾ ਕਿ ਮੇਰੇ ਸਾਹਮਣੇ ਸਾਰੇ ਮੱਥਾ ਟੇਕੋ। ਬਾਬਾ ਸੁੰਦਰ ਜੀ ਕਹਿੰਦੇ ਆ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਮਹਾਰਾਜ ਕਹਿੰਦੇ ਨੇ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਧੰਨ ਗੁਰੂ ਰਾਮਦਾਸ ਹਜ਼ੂਰ ਦੇ ਇਸ ਅਸੀਸ ਦੇ ਪਾਤਰ ਬਣ ਕੇ ਉਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ। ਸਾਡੇ ਸਾਰੇ ਵਿਦਵਾਨਾਂ ਨੇ, ਜਿਨ੍ਹਾਂ ਨੇ ਵੀ ਇਤਿਹਾਸ ਲਿਖਿਆ, ਉਹਨਾਂ ਨੇ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਜ਼ਰੂਰ ਨਾਲ ਦਰਜ ਕੀਤਾ। ਗੁਰਤਾ ਗੱਦੀ ਮਿਲੀ, ਪਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨੇਤਰਾਂ 'ਚੋਂ ਨੀਰ ਸੀ। ਇਹ ਅਸਲੀਅਤ ਹੈ। ਮੈਂ ਚਲੋ ਇੱਥੇ ਵੀ ਸ਼ਬਦ ਨੀਰ ਹੀ ਵਰਤ ਰਿਹਾ, ਪਰ ਇੱਥੇ ਬਾਣੀ 'ਚ ਮਹਾਰਾਜ ਅੰਮ੍ਰਿਤ ਵਰਤਦੇ ਪਏ ਆ। ਨੇਤਰਾਂ 'ਚ ਨੀਰ ਸੀ। ਗੁਰੂ ਅਮਰਦਾਸ ਮਹਾਰਾਜ ਪੁੱਛਦੇ ਆ ਕਿ ਪੁਰਖਾ, ਅੱਜ ਚਵਰ ਛਤਰ ਤਖਤ ਦੇ ਮਾਲਕ ਤੇ ਇਤਨੇ ਬੈਰਾਗ ਵਿੱਚ ਕਿਉਂ? ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਬਹੁਤ ਕਰੁਣਾਮਈ ਸ਼ਬਦ ਬੈਰਾਗਮਈ ਗੱਲ ਕਹੀ ਹੈ। ਉਹ ਕਹਿੰਦਾ, ਦੇਖੋ, ਇੱਕ ਪਾਸੇ ਦੀਨ ਦੁਨੀ ਦਾ ਤਖਤ, ਦੀਨ ਦੁਨੀ ਦਾ ਥੰਮ ਕਿਹਾ ਭਾਈ ਗੁਰਦਾਸ ਸਾਹਿਬ ਨੇ ਗੁਰੂ ਰਾਮਦਾਸ ਜੀ ਨੂੰ। ਦੂਜੇ ਪਾਸੇ ਲਾਹੌਰ ਦੀਆਂ ਉਹ ਘਟਨਾਵਾਂ, ਬਚਪਨ ਵਿੱਚ ਜਿਹੜੀ ਠੋਕਰ ਵੱਜ ਜਾਏ, ਯਾਦ ਰੱਖਿਓ, ਜ਼ਿੰਦਗੀ ਭਰ ਕਦੀ ਭੁੱਲਦੀ ਨਹੀਂ ਹੁੰਦੀ ਜੋ ਕੁਝ ਬਚਪਨ 'ਚ ਦੇਖਿਆ ਹੋਵੇ। ਕਹਿੰਦੇ ਨੇ, ਇੱਕ ਪਾਸੇ ਗੁਰਤਾ ਗੱਦੀ ਤੇ ਇੱਥੇ ਰਹਿਮਤ, ਰੂਹਾਨੀ ਚਵਰ ਛਤਰ ਤਖਤ, ਤੇ ਦੂਜੇ ਪਾਸੇ ਉਹ ਟੋਕਰੀ ਸਿਰ 'ਤੇ ਚੁੱਕੀ ਹੋਈ ਯਾਦ ਆਈ। ਤੇ ਉੱਥੇ ਫਿਰ ਪੁੱਛਿਆ ਵੀ ਪੁਰਖਾ, ਗੁਰੂ ਅਮਰਦਾਸ ਪੁੱਛਦੇ ਨੇ, ਕਿਉਂ ਬੈਰਾਗ 'ਚ? ਕਹਿੰਦੇ ਨੇ, ਬਸ ਸਤਿਗੁਰੂ, ਇੱਕ ਪਾਸੇ ਉਹ ਦਿਨ ਚੇਤੇ ਕਰਨਾ ਵਾ ਜਿਸ ਦਿਨ ਮਾਤਾ ਪਿਤਾ ਚਲੇ ਗਏ, ਸਿਰ 'ਤੇ ਘੁੰਗਣੀਆਂ ਦੀ ਟੋਕਰੀ ਚੁੱਕੀ, ਤੇ ਇੱਕ ਪਾਸੇ ਅੱਜ ਤੇਰੀ ਰਹਿਮਤ ਨੂੰ ਵੇਖਣਾ ਜੋ ਮੇਰੇ ਸੀਸ ਉੱਤੇ ਤੂੰ ਬਖਸ਼ ਦਿੱਤੀ। ਉੱਥੇ ਫਿਰ ਜਿਹੜਾ ਬਚਨ ਕਿਹਾ, ਉਹ ਬਚਨ ਹੈ ਕਿ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ। ਹੇ ਮੇਰੇ ਸਤਿਗੁਰੂ, ਮੈਂ ਕਿਹੜੇ ਪਰਉਪਕਾਰ ਤੇਰੇ ਦੱਸਾਂ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਜਦੋਂ ਮੈਂ ਗੁਰੂ ਕਹਿਣਾ, ਮਹਾਰਾਜ ਨੇ ਉੱਥੇ ਆਪਣਾ ਫਿਰ ਤਜਰਬਾ, ਜਦੋਂ ਮੈਂ ਗੁਰੂ ਕਹਿਣਾ ਤੇ ਮੇਰਾ ਪੂਰੇ ਦਾ ਪੂਰਾ ਸਰੀਰ ਜਿਹੜਾ ਵਿਸਮਾਦ ਵਿੱਚ ਚਲਾ ਜਾਂਦਾ ਹੈ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सिखाए। ये शब्द फिर आप जी सुनियो, तू ही मेरी माँ है, तुसी मेरे पिता हो,
ਤੁਸੀਂ ਮੇਰੇ ਰਿਸ਼ਤੇਦਾਰ ਹੋ, ਤੁਸੀਂ ਮੇਰੇ ਸਤਿਗੁਰੂ ਹੋ। ਮੇਰਾ ਇੱਥੇ ਤੇ ਉੱਥੇ ਕੇਵਲ ਤੂੰ ਹੀ ਤੂੰ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾ ਸਿਖਾਏ। ਅਗਲੇ ਬਚਨ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾ। ਮਹਾਰਾਜ ਤੁਸੀਂ ਜਾਣਦੇ ਹੋ ਸਭ ਕੁਝ ਜੋ ਮੇਰੀ ਹਾਲਤ ਸੀ। ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ पूछता, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਹਜ਼ੂਰ ਨੇ ਭਾਵਾਂ ਕਿ ਟੱਪ ਉਸ ਵਕਤ ਲੱਗ ਚੁੱਕਾ ਸੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ। ਆਪ ਨੂੰ ਪਤਾ ਹੋਵੇ ਜਿਹੜੇ ਸ਼੍ਰੀ ਅੰਮ੍ਰਿਤਸਰ ਸਾਹਿਬ 5 ਸਰੋਵਰ ਨੇ, ਸਭ ਤੋਂ ਪਹਿਲਾਂ ਜਿਹੜਾ ਟੱਪ ਉਹ ਸੰਤੋਖ ਸਰ ਦਾ ਹੈ ਤੇ ਪੂਰਨਤਾ ਜਿਹੜੀ ਹੈ ਉਹ ਅੰਮ੍ਰਿਤ ਸਰੋਵਰ ਦੀ ਹੈ। ਭਾਈ ਸਾਹਿਬ ਨੇ ਲਿਖਿਆ, ਭਾਵਾਂ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਰਜੁਨ ਦੇਵ ਨੇ ਮੁਕੰਮਲ ਕੀਤਾ, ਪਰ ਭਾਈ ਸਾਹਿਬ ਨੇ ਲਿਖਦੇ ਨੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਾਵੈ। ਪੂਰਨ ਤਾਲ ਉੱਤੇ ਸ਼ਬਦ ਵਰਤਿਆ, ਇਹਦਾ ਮਤਲਬ ਮੁਕੰਮਲ। ਪੂਰਨ ਦਾ ਅਰਥ ਅਧੂਰਾ ਨਹੀਂ। ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ, ਕੋਈ ਸੱਜਣ ਇਸ ਬਾਰੇ ਕਿਸੇ ਕੋਲ ਖੋਜ ਹੋਵੇ ਜ਼ਰੂਰ ਉਹਨੂੰ ਸਵੀਕਾਰ ਕਰਾਂਗਾ। ਹਉਮੈ ਨਹੀਂ। ਵਾਹਿਗੁਰੂ ਜੀ, ਗੁਰੂ ਰਾਮਦਾਸ ਜੀ ਨੇ ਕਿਸ ਸੰਗੀਤ ਆਚਾਰਿਆ ਤੋਂ ਸੰਗੀਤ ਸਿੱਖਿਆ? ਕਿਸ ਕਵੀ ਸੱਜਣ ਕੋਲ ਮਹਾਰਾਜ ਜੀ ਨੇ ਛੰਦਾਬੰਦੀ ਸਿੱਖੀ? ਪਰ ਪਿਆਰਿਓ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਧੰਨ ਗੁਰੂ ਰਾਮਦਾਸ ਜੀ ਨੇ 19 ਰਾਗ ਗੁਰੂ ਨਾਨਕ ਸਾਹਿਬ ਜੀ ਵਾਲੇ, ਜਿਨ੍ਹਾਂ 'ਚ ਮਹਾਰਾਜ ਦੀ ਬਾਣੀ ਸੀ, 11 ਰਾਗ ਧੰਨ ਗੁਰੂ ਰਾਮਦਾਸ ਜੀ ਨੇ ਆਪਣੇ ਕੋਲੋਂ ਲੈ ਕੇ ਮੇਰੀ ਸੱਚੀ ਸਰਕਾਰ ਨੇ 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਉਹਨਾਂ ਹੀ 30 ਰਾਗਾਂ ਨੂੰ ਫਿਰ ਧੰਨ ਗੁਰੂ ਅਰਜੁਨ ਦੇਵ ਜੀ ਨੇ ਉਹਨਾਂ ਵਿੱਚ ਬਾਣੀ, ਉਹੀ ਰਾਗ ਮਹਾਰਾਜ ਜੀ ਨੇ ਆਧਾਰ ਬਣਾਏ। 30 ਰਾਗਾਂ ਦੇ ਵਿੱਚ ਅੰਮ੍ਰਿਤ ਬਾਣੀ ਉਚਾਰਨ ਕੀਤੀ। ਮੈਂ ਸਿਰਫ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਕੋਈ ਅਨਪੜ੍ਹਤਾ ਸਮਝੇ ਗੱਲ ਵੱਖਰੀ। ਉਹ ਪਿਆਰਿਓ, ਗੁਰ ਪ੍ਰਸਾਦ, ਗੁਰੂ ਬਖਸ਼ਿਸ਼, ਗੁਰੂ ਨਦਰ, ਗੁਰੂ ਰਹਿਮਤ, ਉਹਦੇ ਵਿੱਚ ਸਾਰੇ ਦੀਨ ਤੇ ਦੁਨੀਆ ਦੇ ਗਿਆਨ ਆਪਣੇ ਆਪ ਹੀ ਪੈਦਾ ਹੋ ਜਾਂਦੇ। ਫਿਰ ਮੈਂ ਬੇਨਤੀ ਕਰਾਂਗਾ, ਆਪਣੇ ਆਪ ਤਾਂ ਗੁਰ ਪ੍ਰਸਾਦ, ਉਹਦੀ ਬਖਸ਼ਿਸ਼। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ 30 ਰਾਗਾਂ 'ਚ ਬਾਣੀ ਉਚਾਰਨ ਕੀਤੀ। ਅੰਮ੍ਰਿਤ ਸਰੋਵਰ ਮੁਕੰਮਲ ਹੋਇਆ, ਪਰ ਮਹਾਰਾਜ ਪ੍ਰਭਪੁਰ ਪਿਆਨਾ ਕਰ ਗਏ। ਚਲੋ ਮੈਂ ਪ੍ਰਭਪੁਰ ਪਿਆਨਾ ਤਾਂ ਸ਼ਬਦ ਵਰਤਨੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਿਆ ਨਾ ਕਿ ਪ੍ਰਭਪੁਰ ਕੀਆ ਪਿਆਨ, ਜਾਂ ਅਸੀਂ ਆਮ ਸ਼ਬਦਾਵਲੀ 'ਚ ਕਹਿੰਦੇ ਜੋਤੀ ਜੋਤ ਸਮਾਣਾ। ਉਂਝ ਭੱਟਾਂ ਨੇ ਸ਼ਬਦ ਵਰਤਿਆ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ। ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉਹ ਪਿਆਨਾ ਕਰ ਗਏ। ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਕੱਲ ਜ਼ਿਕਰ ਕੀਤਾ, ਇਹ ਸਤਿਗੁਰਾਂ ਨੇ ਇਹਦਾ ਨਿਰਮਾਣ ਕਰਾਇਆ। ਜੋ ਪਰੰਪਰਾ ਚੱਲਦੀ ਪਈ ਹੈ ਕਿ ਸਾਈਂ ਮੀਆਂ ਮੀਰ ਤੋਂ ਨੀਰ ਖਾਈ ਹੈ, ਪਰ ਮੈਂ ਕੰਟਰੋਵਰਸੀ 'ਚ ਨਹੀਂ ਪੈਣਾ। ਬੂਟੇ ਸ਼ਾਹ ਤੋਂ ਪਹਿਲਾਂ ਕਿਸੇ ਹੋਰ ਸਰੋਤ ਵਿੱਚ ਇਹਦਾ ਜ਼ਿਕਰ ਨਹੀਂ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾਈ। ਹਾਂ, ਇੱਕ ਗੱਲ ਮੈਂ ਆਪ ਨੂੰ ਜ਼ਰੂਰ ਕਰਾਂਗਾ ਕਿ ਹਰਿਮੰਦਰ ਸਾਹਿਬ, ਇਹ ਉਸ ਦਿਨ ਮੈਂ ਮੰਜੀ ਸਾਹਿਬ ਵੀ ਕਿਹਾ ਸੀ, ਇਹ ਕੇਂਦਰੀ ਸਥਾਨ ਗੁਰੂ ਅਰਜੁਨ ਦੇਵ ਨੇ ਬਖਸ਼ਿਸ਼ ਕੀਤਾ ਸਾਨੂੰ। ਹਰਿਮੰਦਰ ਸਾਹਿਬ, ਹਰਿਮੰਦਰ ਲਫ਼ਜ਼ ਭਾਈ ਕਾਹਨ ਸਿੰਘ ਮੁਤਾਬਕ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 3 ਅਰਥਾਂ 'ਚ ਆਇਆ ਹੈ। ਇੱਕ ਹਰਿਮੰਦਰ ਇਹੋ ਜਗਤ ਹੈ, ਦੂਜਾ ਹਰਿਮੰਦਰ ਇਹੋ ਸਰੀਰ ਹੈ, ਤੇ ਤੀਸਰਾ ਸ਼ਬਦ ਹੈ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇਂ ਰਾਮ। ਇਹਦੇ ਅਰਥ ਕਰਦੇ ਨੇ ਖਰੀ ਨੂੰ ਜਪਣ ਲਈ ਇਹ ਸਤਿਗੁਰਾਂ ਨੇ ਹਰਿਮੰਦਰ ਬਣਾਇਆ ਹੈ। ਚਲੋ ਕਈ ਵਾਰੀ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਸਤ ਸੰਗਤ ਲਈ। ਪਿਆਰਿਓ, ਮੈਨੂੰ ਦੱਸੋ ਇਦੂ ਵੱਡੀ ਦੁਨੀਆ 'ਚ ਕਿਹੜੀ ਥਾਂ ਹੈ ਜਿੱਥੇ ਅੱਠੇ ਪਹਿਰ ਹੀ ਸਤ ਸੰਗਤ ਗੁਰੂ ਰਾਮਦਾਸ ਦੀਆਂ ਅਸੀਸਾਂ ਲੈ ਰਹੀ ਹੈ?
ਇਹ ਹਰਮੰਦਰ ਸਾਹਿਬ ਦਾਤਾ ਜੀ ਨੇ ਬਣਾਇਆ। ਅਗਲੀ ਗੱਲ ਹੋਰ, ਇਹ ਦਰਬਾਰ ਸਾਹਿਬ ਸ਼ਬਦ ਵੀ ਆਪਾਂ ਵਰਤਨੇ। ਕੱਲ ਮੈਂ ਆਪ ਨੂੰ ਇੱਕ ਸ਼ਬਦ ਵਰਤਿਆ ਸੀ ਮੀਰੀ ਪੀਰੀ ਬਾਰੇ। ਇੱਥੋਂ ਦੀ ਜਿਹੜੀ ਮਰਿਆਦਾ ਹੈ, ਮੈਂ ਹਰ ਵਾਰ ਕਹਿੰਦਾ, ਇੱਕ ਤਾਂ ਇਹਦੀ ਰੀਸ ਨਹੀਂ ਕਰਨੀ ਚਾਹੀਦੀ, ਬਾਕੀ ਕੋਈ ਮੰਨੇ ਨਾ ਮੰਨੇ, ਹਰ ਬੰਦਾ ਸੁਤੰਤਰ ਹੈ ਆਪਣੀ ਗੱਲ ਮੰਨਣ 'ਚ। ਇਹ ਜਿਹੜੀ ਦਰਬਾਰ ਸਾਹਿਬ ਦੀ ਮਰਿਆਦਾ ਹੈ ਕਿ ਦੁਪਹਿਰੇ ਦਾ ਕੀਰਤਨ ਚਲੋ ਬਾਬਾ ਸ਼ਾਮ ਸਿੰਘ ਜੀ ਨੇ ਸ਼ੁਰੂ ਕੀਤਾ, ਉਸ ਤੋਂ ਪਹਿਲਾਂ ਆਸਾ ਕੀ ਵਾਰ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਇਹ ਸਾਰਾ ਗੁਰੂ ਅਰਜਨ ਦੇਵ ਦੱਸ ਕੇ ਗਏ ਜਦੋਂ ਪ੍ਰਕਾਸ਼ ਕਰਾਇਆ ਬਾਬਾ ਬੁੱਢਾ ਜੀ ਨੂੰ ਕਿ ਪਹਿਲਾ ਕੀਰਤਨ ਕਿਉਂ ਹੁੰਦਾ ਹੈ ਹਰਿਮੰਦਰ ਸਾਹਿਬ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮਨ 'ਚ ਕਿਆਂ ਜਿਹਾ ਆ ਜਾਂਦਾ ਜੀ, ਦੇਖੋ ਪ੍ਰਕਾਸ਼ ਵੀ ਨਹੀਂ। ਮੈਂ ਆਪ ਨੂੰ ਇੱਕ ਬੇਨਤੀ ਕਰਾਂ ਕਿ ਇਸ ਦੇ ਬੜੇ ਗਹਿਰੇ ਅਰਥ ਨੇ। ਦਾਸ ਨੇ ਇੱਕ ਵਾਰੀ ਕਿਹਾ ਸੀ, ਚੰਦੋਵਾ ਹੈ, ਛਤਰ ਹੈ, ਚੌਰ ਹੈ, ਨਗਾਰਾ ਹੈ, ਹੁਕਮਨਾਮਾ ਹੈ, ਦੀਵਾਨ ਹੈ, ਹਜ਼ੂਰੀਆ ਹੈ। ਇਹ ਸਾਰੇ ਸ਼ਬਦ ਕਿਉਂ ਵਰਤਨੇ ਆ ਜੀ ਅਸੀਂ? ਚੰਦੋਵਾ ਲਫ਼ਜ਼, ਚੌਰ ਲਫ਼ਜ਼, ਦੀਵਾਨ ਲਫ਼ਜ਼, ਹੁਕਮਨਾਮਾ ਲਫ਼ਜ਼, ਪਾਲਕੀ ਸ਼ਬਦ, ਚੋਬਦਾਰ, ਨਗਾਰੇ ਕਿਉਂ ਸ਼ਬਦ ਵਰਤਨੇ ਆ? ਇਹ ਡੈਕੋਰੇਸ਼ਨ ਨਹੀਂ, ਇਹ ਸਜਾਵਟ ਨਹੀਂ, ਇਹ ਸਾਰੇ ਦੇ ਸਾਰੀਆਂ ਜਿਹੜੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਲਈ ਵਰਤੀਆਂ ਜਾਂਦੀਆਂ ਨੇ, ਇਹਨਾਂ ਦਾ ਅਰਥ ਰੂਹਾਨੀ ਪਾਤਸ਼ਾਹਤ ਨਾਲ ਹੈ। ਇਹਨਾਂ ਦਾ ਅਰਥ, ਇਹਨਾਂ ਦਾ ਸੰਬੰਧ ਕਿਤਾਬ ਨਾਲ ਨਹੀਂ। ਇਸ ਚੀਜ਼ ਨੂੰ ਹੋਲੀ ਬੁੱਕ ਨਾਲ ਜੋੜ ਕੇ ਮਤ ਅਰਥ ਕਰੀਏ ਨਹੀਂ। ਇਹ ਚੰਦੋਵਾ, ਇਹ ਚਵਰ, ਇਹ ਸੱਚਮੁੱਚ ਅੰਦਰ ਦੀ ਸੁਤੰਤਰਤਾ ਦੇ ਪ੍ਰਤੀਕ ਨੇ। ਇਸੇ ਕਰਕੇ ਗੁਰੂ ਨੇ ਜਦੋਂ ਰੱਬ ਲਈ ਵੀ ਸ਼ਬਦ ਵਰਤਿਆ, ਉੱਥੇ ਸ਼ਬਦ ਵਰਤਿਆ ਵੱਡਾ ਤੇਰਾ ਦਰਬਾਰ। ਦਰਬਾਰ ਰਾਜਿਆਂ ਦੇ ਹੁੰਦੇ ਆ, ਪਰ ਪਿਆਰਿਓ ਰਾਜਿਆਂ ਦੇ ਦਰਬਾਰ ਤਾਂ ਖਤਮ ਹੋ ਜਾਂਦੇ ਆ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛਤ। ਹੇ ਮੇਰੇ ਸਤਿਗੁਰੂ, ਤੂੰ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਪਰਮਾਤਮਾ ਨੂੰ ਕਿਹਾ ਤੇਰਾ ਚਵਰ ਛਤਰ। ਮੈਂ ਇਸ ਕਰਕੇ ਬੇਨਤੀ ਕਰਾਂ ਪਿਆਰਿਓ, ਕੀਰਤਨ ਪਹਿਲਾਂ ਕਿਉਂ ਹੁੰਦਾ ਹੈ? ਪ੍ਰੇਮੀ ਜਨ ਕਈ ਚਿਰ ਤੋਂ ਭੱਟਾਂ ਦੇ ਸਵਈਏ ਕਿਉਂ ਖੜੇ ਹੋ ਕੇ ਪੜ੍ਹਦੇ ਆ? ਪਾਲਕੀ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਕਿਉਂ ਨਹੀਂ ਜਾਂਦੀ? ਕੋਠਾ ਸਾਹਿਬ ਤੋਂ ਚੱਲਣ ਲੱਗਿਆ ਨਗਾਰਾ ਕਿਉਂ ਵੱਜਦਾ ਹੈ? ਜਿਹੜੇ ਚੋਬਦਾਰ ਨੇ ਉਹ ਪਿਛਲ ਪੈਰ ਕਿਉਂ ਤੁਰਦੇ ਨੇ? ਵੈਸੇ ਇਹਦੀ ਮੈਂ ਕਥਾ ਇੱਕ ਦੋ ਵਾਰੀ ਕਰ ਚੁੱਕਾ, ਫਿਰ ਵੀ ਮੈਂ ਥੋੜ੍ਹਾ ਜਿਹਾ, ਜਦੋਂ ਦਰਬਾਰ ਸਾਹਿਬ ਪਾਲਕੀ ਨੂੰ ਮੋਢਾ ਲਾਉਣ ਲਈ ਸੰਗਤ ਕਿਉਂ ਭਾਵਨਾ ਤੇ ਸ਼ਰਧਾ ਨਾਲ ਅੱਗੇ ਵੱਧਦੀ ਨਹੀਂ? ਇਹਨੂੰ ਭਾਵਨਾ ਨਾਲ ਅਰਥ ਕਰੀਏ, ਐਵੇਂ ਨਹੀਂ। ਇਸ ਦਾ ਕੋਈ ਕਾਰਨ ਹੈ। ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਸਿਫਤ ਵਿੱਚ ਗੁਰੂ ਕੇ ਰਬਾਬੀਆਂ ਨੇ ਸ਼ਬਦ ਕਹੇ ਨੇ। ਉਹ ਸ਼ਬਦ ਨੇ ਜਿਹੜੇ ਪੜ੍ਹਨੇ ਆ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾਹ ਪਰਵਾਰਿਆ, ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਚਲੋ ਪੌੜੀ ਦਾ ਪਾਠ ਤਕਰੀਬਨ ਕੀਰਤਨ ਰੋਜ਼ ਹੁੰਦਾ ਹੈ। ਮੈਂ ਸੰਖੇਪ ਅਰਜ਼ ਕਰਾਂ ਕਿਉਂਕਿ ਅਸੀਂ ਅਰਥ ਜ਼ਰੂਰ ਕਰਨੇ ਨੇ ਇਸ ਅੰਮ੍ਰਿਤ ਬਚਨ ਦੇ। ਪਰ ਜਿਹੜਾ ਸ਼ਬਦ ਹੈ ਧਨ ਸੋ ਤੇਰਾ ਥਾਨ ਹੈ, ਤੇਰਾ ਥਾਂ ਧਨਤਾ ਜੋਗ ਹੈ, ਸੱਚ ਤੇਰਾ ਪੈਸਕਾਰਿਆ। ਚਲੋ ਇੱਥੇ ਅਸੀਂ ਸ਼ਬਦ ਪੜ੍ਹਨੇ ਆ ਪੈਸਕਾਰਾ ਗੁਰੂ ਗ੍ਰੰਥ ਸਾਹਿਬ 'ਚ। ਇਹ ਫਾਰਸੀ ਦਾ ਲਫ਼ਜ਼ ਹੈ ਜੀ ਪੇਸ਼ਕਾਰਾ। ਪੈਸਕਾਰਾ ਪੰਜਾਬੀ 'ਚ ਅਸੀਂ ਪੜ੍ਹ ਰਹੇ ਹਾਂ, ਇੱਥੇ ਮਾਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ ਪੇਸ਼ਕਾਰਾ। ਪੇਸ਼ਕਾਰੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਪੁਰਾਤਨ ਸਮੇਂ ਬਾਦਸ਼ਾਹ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਦਰਬਾਰ ਵਿੱਚ, ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਨੇ। ਉਹਨਾਂ ਵਿੱਚ ਕਵੀ ਹੁੰਦੇ ਸਨ, ਉਹਨਾਂ ਵਿੱਚ ਢਾਡੀ ਹੁੰਦੇ ਸਨ, ਉਹਨਾਂ ਵਿੱਚ ਵਜ਼ੀਰ ਹੁੰਦੇ ਸਨ, ਉਹਨਾਂ ਵਿੱਚੋਂ ਉਹਦੀ ਸੇਵਾ ਕਰਨ ਵਾਲੇ ਹੁੰਦੇ ਸਨ। ਪਿਆਰਿਓ, ਪਾਤਸ਼ਾਹ ਦੀ ਜਦੋਂ ਪਾਲਕੀ ਆਉਂਦੀ ਸੀ, ਮੈਂ ਬਾਦਸ਼ਾਹ ਸ਼ਬਦ ਵਰਤਾਂ, ਚਲੋ ਉਹਦਾ ਦਰਬਾਰ ਜਦੋਂ ਲੱਗਦਾ ਸੀ, ਲੋਕ ਪਹਿਲਾਂ ਉਹ ਜਦੋਂ ਬਾਦਸ਼ਾਹ ਪਾਲਕੀ ਤੋਂ ਉਤਰ ਕੇ ਅੰਦਰ ਜਾਂਦਾ ਸੀ ਤੇ ਉਹਦੀਆਂ ਸਿਫਤਾਂ ਵਿੱਚ,
ਜਿਹੜੇ ਕਵੀ ਹੁੰਦੇ ਸਨ ਉਹ ਖਲੋ ਕੇ ਛੰਦ ਪੜ੍ਹਦੇ ਹੁੰਦੇ ਸਨ, ਕਵਿਤਾਵਾਂ ਪੜ੍ਹਦੇ ਹੁੰਦੇ ਸਨ। ਅੱਗੇ ਉਹਦੇ ਵੱਜਦੇ ਹੁੰਦੇ ਸਨ, ਨਰਸਿੰਗੇ ਵੱਜਦੇ ਹੁੰਦੇ ਸਨ। ਮੈਂ ਇੱਕ ਬੇਨਤੀ ਹੈ, ਦੁਨੀਆ ਦੇ ਪਾਤਸ਼ਾਹ ਚਲੇ ਗਏ, ਪਾਲਕੀਆਂ ਚਲੀਆਂ ਗਈਆਂ, ਉਹਨਾਂ ਦੇ ਕਿਲੇ ਵੀ ਖੰਡਰਾਤ ਹੋ ਗਏ, ਪਰ ਸੱਚ ਇਹ ਵੇ ਗੁਰੂ ਰਾਮਦਾਸ, ਇਹ ਤੇਰਾ ਦਰਬਾਰ ਸਾਹਿਬ ਉਹ ਹੈ ਕਿ ਜਿੱਥੇ ਗੁਰੂ ਸ਼ਬਦ ਦਾ ਪਵਿੱਤਰ ਜਦੋਂ ਸਵਰੂਪ ਆਉਂਦਾ ਹੈ ਤੇ ਇਸ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਉਹਦੇ ਕੀਰਤਨ ਕਰਨ ਵਾਲੇ ਤੇ ਉਹਦੀਆਂ ਸਿਫਤਾਂ ਕਰਨ ਵਾਲੇ, ਸਵਈਏ ਪੜ੍ਹਨ ਵਾਲੇ, ਪੇਸ਼ਕਾਰੇ ਪਹਿਲਾਂ ਹੀ ਪਹੁੰਚ ਜਾਂਦੇ ਆ। ਇਹ ਦਰਬਾਰ ਸੁਣਿਆ ਨਹੀਂ ਕਦੀ। ਇਹ ਮੈਂ ਤਾਂ ਅਰਜ਼ ਕੀਤੀ। ਚਲੋ ਫਿਰ ਮੌਕਾ ਮਿਲੇਗਾ, ਅਸੀਂ ਸ਼੍ਰੀ ਹਰਿਮੰਦਰ ਸਾਹਿਬ ਜੀ 'ਤੇ ਨਿਰੰਤਰ ਕੁਝ ਦਿਨ ਵਿਚਾਰ ਕਰਾਂਗੇ। ਮੈਂ ਕੁਛ ਦਿਨ ਕਿਹਾ ਹੈ, ਇੱਕ ਦਿਨ ਦੀ ਇਹ ਵਿਚਾਰ ਨਹੀਂ। ਹਰਿਮੰਦਰ ਸਾਹਿਬ ਦੀ ਇੱਕ ਇੱਕ ਨੁੱਕਰ, ਇੱਕ ਇੱਕ ਗੱਲ ਉੱਥੇ ਬੜੇ ਵੱਡੇ ਅਰਥ ਰੱਖਦੀ ਹੈ। ਇਹ ਪੇਸ਼ਕਾਰੇ ਨੇ ਸਾਰੇ। ਤਾਂ ਕੀਰਤਨ ਪਹਿਲਾਂ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਰਹੇ ਨੇ। ਤਾਂ ਹੀ ਤਾਂ ਤੁਸੀਂ ਦੇਖੋ, ਜਦੋਂ ਕੀਰਤਨ ਅੰਮ੍ਰਿਤ ਵੇਲੇ ਸੁਣਦੇ ਹੋ ਤੇ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਕੀਰਤਨੀਏ ਦਰਸ਼ਨਾਂ ਦਾ ਸ਼ਬਦ ਕੋਈ ਨਾ ਕੋਈ ਲਾਉਂਦੇ ਆ। ਇਹ ਪੇਸ਼ਕਾਰੇ ਨੇ। ਪਰ ਦੁਨੀਆ ਦੇ ਵੀ ਬਾਦਸ਼ਾਹਾਂ ਦੇ ਪੇਸ਼ਕਾਰੇ ਸਨ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਹੈ, ਉਹ ਹੈ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜਿਰਾਣ ਮੈਂ ਥੀਏ ਅਤੀਮਾ ਗੱਡ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਇੱਕ ਬਾਦਸ਼ਾਹ ਜਦੋਂ ਚੱਲਦਾ ਸੀ, ਨਗਾਰੇ ਵੱਜਦੇ ਸਨ, ਉਹਦੇ ਸਿਰ 'ਤੇ ਛਤਰ ਝੁਲਾਇਆ ਜਾਂਦਾ ਸੀ, ਉਹਦੇ ਅੱਗੇ ਅੱਗੇ ਚੋਬਦਾਰ ਚਾਹੁੰਦੇ ਸਨ। ਕਹਿੰਦੇ ਨੇ ਅੱਜ ਵੇਖੋ ਏ ਪਾਸ ਦਮਾਮੇ, ਉਹਦੀ ਮੌਤ ਹੋ ਗਈ, ਤਨ ਚਲਾ ਗਿਆ, ਉਹਦੇ ਨਗਾਰੇ ਜਿਹੜੇ ਨੇ ਮਿਊਜ਼ੀਅਮ 'ਚ ਰੱਖ ਦਿੱਤੇ, ਲੋਕ ਦੇਖ ਲੈਣਗੇ। ਉਹਦੇ ਜਿਹੜੇ ਛਤਰ ਸਨ ਉਹ ਵੀ ਉੱਲੀ ਲੱਗ ਗਈ, ਉਹਦੇ ਨਗਾਰੇ ਵੀ ਪਏ ਨੇ, ਉਹਦੇ ਛਤਰ ਵੀ ਪਏ ਨੇ। ਤੇ ਪੁੱਛੋ ਜੀ ਐਸ ਮਾਲਕ ਕਿੱਥੇ ਗਿਆ? ਕਹਿੰਦੇ ਨੇ ਉਹ ਕਬਰਾਂ ਵਿੱਚ ਸੜਦਾ ਪਿਆ ਹੈ। ਪਿਆਰਿਓ, ਦੁਨੀਆ ਦੇ ਬਾਦਸ਼ਾਹਾਂ ਦੇ ਜਿੰਨੇ ਪੇਸ਼ਕਾਰੇ ਨੇ, ਹਉਮੈ 'ਚ ਨਹੀਂ, ਲਾਲ ਕਿਲੇ 'ਚ ਕਦੀ ਰੋਜ਼ ਨਗਾਰਾ ਵੱਜਦਾ ਦੇਖਿਆ? ਭਾਵੇਂ ਆਗਰੇ ਦਾ ਹੋਵੇ ਤੇ ਭਾਵੇਂ ਇੱਥੋਂ ਦਾ। ਲਾਹੌਰ ਦੇ ਕਿਲੇ 'ਚ ਰੋਜ਼ ਵਗਦਾ ਪਿਆ ਨਗਾਰਾ? ਨਹੀਂ ਪਿਆਰਿਓ, ਗੁਰੂ ਨੇ ਉਸ ਸ਼ਬਦ ਨਾਲ ਜੋੜ ਦਿੱਤਾ ਜਿਹੜਾ ਰਹਿੰਦੀ ਦੁਨੀਆ ਤੱਕ ਚਵਰ ਛਤਰ ਪਾਲਕੀ ਦਾ ਮਾਲਕ ਰਹੇਗਾ। ਬਾਬਾ ਫਰੀਦ ਸਾਹਿਬ ਕਹਿੰਦੇ ਆ, ਪਾਸ ਦਬਾਮੇ ਛੱਤ ਸਿਰ ਭੇਰੀ, ਆ ਜਿਹੜੇ ਅੱਗੇ ਅੱਗੇ ਭੇਰੀਆਂ ਵੱਜਦੀਆਂ ਵਾਜੇ, ਛੱਡੋ ਰੱਡ, ਰੱਡ ਛੰਦ ਦੀ ਚਾਲਕ ਹੈ। ਕਹਿਣ ਲੱਗੇ ਉਹਦੇ ਪੇਸ਼ਕਾਰੇ ਛੰਦ ਕਹਿਣ ਵਾਲੇ ਵੀ ਚਲੇ ਗਏ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਉਹ ਯਤੀਮਾਂ ਦੀ ਤਰ੍ਹਾਂ, ਸੁਣਿਓ ਇਸ ਬੇਨਤੀ ਨੂੰ, ਥੀਏ ਅਤੀਮਾ, ਅਤੀਮਾ ਮੀ ਜੀ ਯਤੀਮਾ, ਉਹ ਰਾਜੇ ਯਤੀਮਾਂ ਦੀ ਤਰ੍ਹਾਂ ਅੱਜ ਕਬਰਾਂ ਵਿੱਚ ਪਏ ਆ। ਯਾਦ ਰੱਖਿਓ ਖਾਲਸਾ ਜੀ, ਜਿਸ ਗੁਰੂ ਰਾਮਦਾਸ ਦੀ ਗੱਲ ਕਰਦੇ ਆ, ਮੈਂ ਦੁਨਿਆਵੀ ਗੱਲ ਕਰਨ ਲੱਗਾ ਵਾਂ, ਜਿਸ ਦੀ ਸ਼ੁਰੂਆਤ ਅਤੀਮਾਂ ਤੋਂ ਹੋਈ, ਨਾ ਮਾਂ ਚਲੀ ਗਈ, ਪਿਤਾ ਚਲੇ ਗਏ, ਜਿਹਨੂੰ ਸੋਢੀ ਲੋਕ ਉੱਥੋਂ ਦੇ ਲਾਹੌਰ ਦੇ ਕਹਿੰਦੇ ਸਨ ਯਤੀਮ ਹੈ। ਪਿਆਰਿਓ, ਜਿਹਦੀ ਸ਼ੁਰੂਆਤ ਯਤੀਮ ਤੋਂ ਹੋਈ, ਉਹਦੀ ਅੱਜ ਜੁਗੋ ਜੁਗ ਅਟਲਤਾ ਗੁਰੂ ਰਾਮਦਾਸ ਦੇ ਘਰ ਸ਼ਬਦ ਦੇ ਪ੍ਰਕਾਸ਼ ਦੇ ਰੂਪ ਵਿੱਚ ਹੋ ਰਹੀ ਹੈ। ਉਹ ਯਤੀਮ ਨਹੀਂ, ਬਾਦਸ਼ਾਹ ਯਤੀਮਾਂ ਦੀ ਤਰ੍ਹਾਂ। ਇੱਕ ਵਿਦਵਾਨ ਕਹਿੰਦਾ, ਬਰਸੋਂ ਰਹਾ ਜਿਨ ਕੇ ਸਰ ਪੇ ਛਤਰੇ ਜ਼ਰੀ, ਜਿਨ੍ਹਾਂ ਦੇ ਸਿਰ 'ਤੇ ਸਾਲਾਂ ਤੱਕ ਸੋਨੇ ਦੇ ਛਤਰ ਝੁਲਦੇ ਸਨ। ਤੁਰਬਤ ਪੇ ਉਨਕੀ ਨਾ ਸ਼ਮਿਆਨਾ ਦੇਖਾ, ਉਹਨਾਂ ਦੀ ਕਬਰ 'ਤੇ ਕੋਈ ਸ਼ਮਿਆਨਾ ਕਰਨ ਵਾਲਾ ਨਹੀਂ। ਪਰ ਜਿਹਦੇ ਸਿਰ 'ਤੇ ਕਦੀ ਟੋਕਰੀ ਸੀ, ਪਿਆਰਿਓ, ਅੱਜ ਉਹਦੇ ਸੀਸ ਦੇ ਉੱਤੇ, ਉਹਦੇ ਦਰਬਾਰ ਦੇ ਉੱਤੇ ਸੋਨੇ ਦੇ ਛਤਰ ਝੁਲਦੇ ਆ। ਮੈਂ ਇਸ ਕਰਕੇ ਕਿ ਸਾਡੀ ਭਾਵਨਾ ਉਸ ਦਰਬਾਰ ਸੰਬੰਧੀ ਕਦੀ ਭਾਵਨਾ ਨਹੀਂ ਮਿਟਾਣੀ। ਜਦੋਂ ਵਕਤ ਮਿਲੇ ਜ਼ਰੂਰ ਜਾਈਏ, ਰਾਤ ਜਾਈਏ, ਇਸ਼ਨਾਨ ਕਰੀਏ, ਭਾਂਡੇ ਹੱਥੀਂ ਜ਼ਰੂਰ ਮਾਂਜੀਏ। ਮੈਨੂੰ ਆਸ ਹੈ ਕਿ ਮੈਂ ਤਾਂ ਥੋੜ੍ਹਾ ਜਿਹਾ ਆਰੰਭ 'ਚ ਕਿਹਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਨੇ ਆਪਣੇ ਮੁਖ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਤੇ ਜਿਹੜੇ ਭੱਟ ਸਾਹਿਬਾਨ ਦੇ ਸਵਈਏ ਨੇ, ਮੈਂ ਅਰਜ਼ ਕੀਤੀ ਸੀ 123 ਸਵਈਏ ਨੇ, ਭੁੱਲਾ ਨਾ ਜੇ। ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ ਤੇ ਗੁਰੂ ਅਰਜੁਨ ਦੇਵ, ਇਹਨਾਂ ਦੀ ਸਿਫਤ ਵਿੱਚ 63 ਸਵਈਏ ਨੇ। 4 ਪਾਤਸ਼ਾਹਾਂ ਦੀ ਸਿਫਤ ਵਿੱਚ 63 ਸਵਈਏ ਨੇ। ਇਕੱਲੇ ਧੰਨ ਗੁਰੂ ਰਾਮਦਾਸ ਨੇ, ਜਿਨ੍ਹਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ ਆ।
ਜਿਹੜੇ ਰੋਜ਼ ਪੜ੍ਹੇ ਜਾਂਦੇ ਆ। ਅੱਜ ਅਸੀਂ ਇਹ ਤਾਂ ਬਾਣੀ ਚੁਣੀ ਸੀ ਜੀ ਵਿਚਾਰ ਕਰਨ ਲਈ, ਕਿਉਂਕਿ ਪਹਿਲਾਂ ਕਾਫੀ ਸਮਾਂ ਵੱਖ-ਵੱਖ ਥਾਵਾਂ 'ਤੇ ਆਸਾ ਕੀ ਵਾਰ ਦਾ ਜਿਹੜੀ ਵਿਆਖਿਆ ਉਹ ਹੋ ਚੁੱਕੀ ਹੈ। ਇਹ ਤਾਂ ਕਿਉਂਕਿ ਇਹ ਸ਼ੰਤ ਜਿਹੜੇ ਨੇ ਇਹ ਆਸਾ ਕੀ ਵਾਰ ਨਾਲ ਗਾਏ ਜਾਂਦੇ ਨੇ, ਇੱਕ ਇੱਕ ਪੌੜੀ ਨਾਲ ਜਾਂ ਸ਼ਲੋਕਾਂ ਤੋਂ ਪਹਿਲਾਂ। ਹਾਲਾਂ ਇਹ ਆਸਾ ਦੀ ਵਾਰ ਵਿੱਚ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜਿਹੜੇ ਸ਼ੰਤ ਨੇ, ਜਿਹੜਾ ਸਰੂਪ 1430 ਅੰਗ ਵਾਲਾ ਹੈ, ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਹਸਤਲਿਖਤ ਸਰੂਪ ਜਿਹੜੇ ਨੇ, ਜਿਹੜੇ ਵਿਦਵਾਨ ਸੱਜਣ ਨੂੰ ਪਤਾ ਹੈ, ਉਹਨਾਂ ਦੇ ਅੰਗ ਇੱਕ ਬਰਾਬਰ ਨਹੀਂ ਮਿਲਦੇ। ਜਿਹੜੀ ਆ ਸਾਡੇ ਕੋਲ ਹੁਣ ਸਰੂਪ ਨੇ, ਘਰਾਂ 'ਚ ਨੇ ਜਾਂ ਪ੍ਰਕਾਸ਼ ਕਰਨੇ ਆ, ਇਹ ਛਾਪੇ ਵਿੱਚ 1430 ਅੰਗ ਨੇ। ਇਹ ਜਿਹੜੇ ਸ਼ੰਤ ਨੇ ਇਹ ਸ਼ੁਰੂ ਹੁੰਦੇ ਨੇ 448 ਅੰਗ ਤੋਂ, ਅਤੇ ਇਹ ਜਿਨ੍ਹਾਂ ਸੱਜਣਾ ਨੇ ਰੋਜ਼ ਇੱਕ ਇੱਕ ਸ਼ੰਤ ਨਾਲ ਪੜ੍ਹਨਾ, ਉਂਝ ਤਾਂ ਵੈਸੇ ਗੁਟਕਿਆਂ ਵਿੱਚ ਵੀ ਆਸਾ ਦੀ ਵਾਰ ਨਾਲ ਇਹ ਮਿਲਣਗੇ। ਜੇ ਆਪ ਰੋਜ਼ ਜਿਹਦੀ ਕਥਾ ਹੋਣੀ ਹੈ ਸ਼ੰਤ 2-4 ਵਜੇ ਰੋਜ਼ ਪੜ੍ਹ ਲੋਗੇ ਤੇ ਪਿਆਰਿਓ ਯਾਦ ਰੱਖਿਓ, ਅਰਥ ਸੁਣਨ ਦਾ ਅਤੇ ਕਰਨ ਦਾ ਸਵਾਦ ਆ ਜਾਏਗਾ, ਕਿਉਂਕਿ ਮਨ ਉਤਸ਼ਾਹ ਬਣਦਾ। ਅਤੇ ਇਹ ਵੀ ਯਕੀਨ ਕਿ ਇਹ 24 ਪਦੇ ਜਿਹੜੇ ਨੇ ਇਹਦੇ ਅਰਥ ਕਰਦਿਆਂ ਕਰਦਿਆਂ ਆਪ ਜਦੋਂ ਪਾਠ ਕਰੋਗੇ ਕਈ ਅਰਥ ਆਪਣੇ ਆਪ ਹੀ ਸਮਝ ਪੈਣ ਲੱਗ ਪੈਣੇ ਨੇ। ਇਹ ਜਿਹੜੇ ਸ਼ੰਤ ਨੇ ਇਹ 448 ਅੰਗ ਤੋਂ ਸ਼ੁਰੂ ਹੁੰਦੇ ਨੇ ਅਤੇ 451 ਅੰਗ ਤੱਕ ਨੇ। ਉੱਤੇ ਹੈ ਸਰਲੇਖ ਸ਼ੰਤ। ਇਹ 6 ਸ਼ਬਦਾਂ ਦਾ ਇਹ ਸਮੂਹ ਹੈ ਜਾਂ ਇਕੱਠੇ ਨੇ। ਉਂਝ ਸਾਡੇ ਕੀਰਤਨੀਏ ਜਾਂ ਮੈਂ ਅਰਜ਼ ਕੀਤੀ ਸੀ ਛੱਕੇ ਸ਼ਬਦ ਵਰਤਨੇ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਆ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਜਿਹੜੇ ਪਵਿੱਤਰ ਬਾਣੀ ਹੈ ਇਹ ਸੰਤ ਗੁਰੂ ਰਾਮਦਾਸ ਦੇ ਇਹ ਗਿਣਤੀ ਵਿੱਚ 6 ਨੇ। ਕਹਿੰਦੇ ਹੋ ਸਕਦਾ ਇਹਨਾਂ 6 ਦੇ ਸਮੂਹ ਕਰਕੇ ਛੱਕੇ ਸ਼ਬਦ ਵਰਤਦੇ ਹੋਣ। ਹਾਲਾਂ ਅਸੀਂ ਸ਼ਬਦ ਛੱਕੀ ਵਰਤਨੇ ਆ। ਉਸ ਤੋਂ ਇਲਾਵਾ ਜਿਹੜੀ ਆਸਾ ਕੀ ਵਾਰ ਹੈ ਉਹ ਪਾਠ ਵੱਖਰਾ ਅੱਗੇ ਜਾ ਕੇ ਆਉਂਦਾ ਹੈ। ਉਹ ਸਤਿਗੁਰੂ ਨੇ 462 ਤੋਂ ਸ਼ੁਰੂ ਕਰਕੇ 475 ਤੱਕ ਹੈ। ਆਸਾ ਕੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਵੱਖਰੀ ਦਰਜ ਕੀਤੀ ਹੈ। ਇਹ ਸ਼ੰਤ ਜਿਹੜੇ ਨੇ ਵੱਖਰੇ ਦਰਜ ਕੀਤੇ ਗਏ। ਇੱਕ ਪ੍ਰਸ਼ਨ ਹੋਰ ਵੀ ਇਹ ਵੱਖਰੇ ਨੇ ਪਰ ਆਸਾ ਕੀ ਵਾਰ ਨਾਲ ਕਿਉਂ ਪੜ੍ਹੇ ਜਾਂਦੇ ਨੇ, ਇਹ ਉੱਥੇ ਦਰਜ ਕਿਉਂ ਨਹੀਂ ਕੀਤੇ ਗਏ? ਮੈਂ ਕਾਫੀ ਵਿਦਵਾਨ ਬਜ਼ੁਰਗਾਂ ਨਾਲ ਵੀ ਸੰਪਰਕ ਬਣਾਇਆ, ਇੱਕੋ ਉੱਤਰ ਮਿਲਿਆ ਹੈ ਕਿ ਅਸਲ 'ਚ ਜਦੋਂ ਪਹਿਲਾਂ ਰਬਾਬੀ ਕੀਰਤਨ ਕਰਦੇ ਸਨ ਅਤੇ ਉਸ ਵਕਤ ਭਾਈ ਕਾਹਨ ਸਿੰਘ ਨਾਭਾ ਨੇ ਦਿੱਤਾ ਹੈ ਕਿ ਕਈ ਵਾਰੀ ਉਹ ਸ਼ਲੋਕ ਤੋਂ ਪਹਿਲਾਂ ਆਪਣੀ ਕੋਈ ਤੁਕ ਜਾਂ ਸ਼ਬਦ ਪੜ੍ਹ ਦੇਣਾ, ਅਤੇ ਸਿੱਖਾਂ ਨੇ ਬੇਨਤੀ ਕੀਤੀ ਅਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਹ ਜਿਹੜੇ ਸ਼ੰਤ ਨੇ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਜੀ ਦੇ 6 ਸ਼ੰਤ, ਇੱਕ ਇੱਕ ਸ਼ੰਤ ਵਿੱਚ 4-4 ਅੰਗ, 4-4 ਪਦੇ ਸ਼ਬਦ ਵਰਤਾਂ ਸੌਖਾ ਰਹੇਗਾ। ਇਹ 6 ਚੌਕਾ 24 ਨੇ ਸਾਰੇ ਬਣਦੇ, ਅਤੇ ਆਸਾ ਕੀ ਵਾਰ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਵੀ 24 ਨੇ। ਧੰਨ ਗੁਰੂ ਅਰਜੁਨ ਦੇਵ ਜੀ ਨੇ ਜੋ ਸੀਨਾ ਬਸੀਨਾ ਹੈ, ਇਹ ਕਿਹਾ ਜਾਂਦਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਹਰ ਪੌੜੀ ਉਹਦੇ ਨਾਲ ਸ਼ਲੋਕ ਨੇ, ਕਿਉਂਕਿ ਆਸਾ ਕੀ ਵਾਰ ਵਿੱਚ ਸਤਿਗੁਰਾਂ ਨੇ ਇਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਵੀ ਨੇ 45, ਗੁਰੂ ਅੰਗਦ ਸਾਹਿਬ ਦੇ ਸ਼ਲੋਕ ਵੀ ਨੇ, ਅਤੇ ਉੱਤੇ ਸਤਿਗੁਰੂ ਨੇ ਧੁਨੀ ਦਾ ਜ਼ਿਕਰ ਵੀ ਕੀਤਾ। ਇਹਦੀ ਕਥਾ ਆਪਾਂ ਕਰ ਚੁੱਕੇ ਹਾਂ ਪਹਿਲਾਂ। ਟੁੰਡੇ ਅਸਰਾਜੇ ਕੀ ਧੁਨੀ, ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹ ਜਿਹੜੇ ਸ਼ੰਤ ਨੇ ਇਹ ਫਿਰ ਗੁਰੂ ਕੇ ਕੀਰਤਨੀਏ ਇੱਕ ਇੱਕ ਸ਼ੰਤ ਇੱਕ ਇੱਕ ਪੌੜੀ ਨਾਲ ਆਉਂਦਾ ਹੈ। ਫਿਰ ਬੇਨਤੀ ਸੁਣਿਓ, ਪੌੜੀ ਭਾਵੇਂ ਬਾਅਦ 'ਚ ਆਉਂਦੀ ਹੈ, ਮੈਂ ਤਾਂ ਕਿਹਾ 24 ਪੌੜੀਆਂ ਅਤੇ 24 ਸ਼ੰਤਾਂ ਦੇ ਇੱਕ ਇੱਕ ਪਦਾ, ਕਿਉਂਕਿ ਸ਼ਲੋਕ ਜਿਹੜੇ ਨੇ ਉਹ 60 ਨੇ, ਪੌੜੀਆਂ 24 ਨੇ, ਅਤੇ ਇਸ ਕਰਕੇ ਜਿਹੜਾ ਇੱਕ ਇੱਕ ਇਹ ਪਵਿੱਤਰ ਪਦਾ ਹੈ ਇਹ ਗੁਰੂ ਕੇ ਕੀਰਤਨੀਏ ਨਾਲ ਭਾਵਨਾ ਨਾਲ ਆਰੰਭ ਵਿੱਚ ਗਾਇਨ ਕਰਦੇ ਨੇ। ਇਹਨੂੰ ਸਤਿਗੁਰੂ ਨੇ ਇਹ ਕਿਹਾ ਜਾਂਦਾ ਹੈ ਵੀ ਇਹਦੀ ਸ਼ੁਰੂਆਤ, ਇਹਦੀ ਆਰੰਭਤਾ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਇਹਦੀ ਆਰੰਭਤਾ ਕਰਾਈ ਹੈ। ਮੈਂ ਕਿਹਾ ਜਾਂਦਾ ਸ਼ਬਦ ਕਿਹਾ ਹੈ ਕਿਉਂਕਿ ਜੇ ਕਹੋ ਵੀ ਕਿਤੇ ਸਰੋਤ ਵਿੱਚੋਂ ਇਹ ਨਹੀਂ, ਕਿਉਂਕਿ ਸੀਨਾ ਬਸੀਨਾ ਜੋ ਚੱਲਿਆ ਆ ਰਿਹਾ ਹੈ। ਅੱਜ ਅਸੀਂ ਸਤਿਗੁਰੂ ਦੇ ਇਸ ਸ਼ੰਤਾਂ ਵਿੱਚੋਂ ਜਿਹੜਾ ਪਹਿਲਾ ਸ਼ੰਤ ਹੈ ਇਹਦੇ ਅਰਥ, ਇਹਦੇ ਪਾਠ ਸਰਵਣ ਆਪਾਂ ਕੀਤਾ। ਮੈਂ ਇਹਦੀ ਵਿਚਾਰ ਸ਼ੁਰੂ ਕਰ ਦੇਣਾ ਕਿਉਂਕਿ ਕੱਲ੍ਹ ਨੂੰ ਵੀ ਅੱਗੇ ਆਪਾਂ ਇਹਦੇ ਨਾਲ ਮਿਲਦੇ ਹੀ ਹੈ ਸ਼ੰਤ। ਹਰ ਹਜ਼ੂਰ ਨੇ ਫਰਮਾਇਆ ਇੱਕ ਓੰਕਾਰ
अर्थ इहदे अगे कीते ने कि पार ब्रह्म परमेश्वर एक है, अद्वितीय है, एक रस है, उस वर्गा होर कोई नहीं। फिर अर्ज एक ओंकार, वो एक है, एक रस है, अद्वितीय है, सर्व व्यापक है। ते अद्वितीय का मतलब ही है जिहदे वर्गा द्वितीया कोई नहीं। महाराज कहते सतगुर प्रसाद, सतगुर दा अर्थ सच्चा सतगुरु, झूठा नहीं, क्योंकि झूठे भी, कच्चे भी, पखंडी भी, दंभी भी बहुत ने। पर महाराज कहते सतगुर प्रसाद, प्रसाद का अर्थ है किरपा, बख्शिश, नज़र। गुरबाणी च ज़्यादा शब्द नदर वरत्या गया है, नदरी करमी, नदरे करम। इत्थे महाराज कहते आ कि पार ब्रह्म परमेश्वर एक है, उस जैसा होर कोई नहीं। तो महाराज कहते हैं उस दी प्राप्ति सतगुर प्रसाद, सतगुरु की किरपा नाल हुंदी है। ये जिहड़ा मंगल है ये धन गुरु अर्जुन देव महाराज जी ने दर्ज कराया है। अगे है आसा महला चौथा। आसा राग है, महला का अर्थ वो शरीर जिस राही बाणी आ रही है, तो चौथा का अर्थ असी करांगे धन गुरु रामदास महाराज। आसा महला चौथा। शंत महाराज कहते जिमें अष्टपदियाँ ने, जिस तरह असी पढ़ने हैं पौड़ियाँ ने, सलोक ने, जां असी होर बचन पढ़ने हैं दो पदे चौपदे, पर यह जिहड़ा अमृत बचन है शंत रूप सतगुरां ने उचारण किया है। आसा महला चौथा, शंत घर चौथा। इसनूं चौथे घर विच गाण की हदायत है। हालांकि घर के संबंधी सूझवान सज्जन अजे भी बहुत खोज कर रहे हैं, क्योंकि गुरु ग्रंथ साहिब विच रागां नाल 1 तो लैके ते 17 तक घर आउंदे ने। जिवें असीं पढ़िया चौथा पहला भी आउंदा, दूजा 17 तक आउंदे। जदों असीं पाठ करने आ गुरबाणी इस गल की सेध दिंदी है कि दरअसल इन्हां दा संबंध है गाउण नाल। जिवें एक सवान कै घर गावणा, ये श्री राग का पहला शब्द जिहड़े सहज पाठ करते हैं, जननी जन सुध बड़ा होत है, उहदा सरलेख है एक सवान कै घर गावणा। इहदा मतलब कि कीर्तनियों जां गाउण वालिओ इस शब्द नूं उस घर च गायो जिस घर विच गुरु नानक साहिब दा अमृत शब्द है। एक सवान दोए सवानी नाल। महाराज इत्थे शब्द वरत रहा घर चौथा। अमृत बचन जी अगे हर अमृत भिन्ने लोएणा। मैं सिर्फ अखरी अर्थ करके जाऊँगा, तो खिमा करियो कि मैं इस करके बेनती की पहला धन गुरु रामदास की सिफत थोड़ी जी कर दी। हर अमृत भिन्ने लोएणा। हर दा अर्थ हरी, शब्द है अमृत, ऐड़े ते टिप्पी लगी है। अमृत दा अर्थ वो दात जिहदे पीण नाल, जिहदे खाण नाल बंदा मृत्यु दे भय तो मुक्त हो जाता है। इत्थे अमृत रस नाल भी है। महाराज कहते खरी दे नाम अमृत। नाम अमृत शब्द मैं अपने कोलों वरत्या। हर अमृत भिन्ने, भिन्ने दा अर्थ भिजे हुए ने। ते महाराज कहते लोएणा, इत्थे पाठ लोएणा है, ये नाणे नाल आया शब्द हुंदा है लोएण। लोएण दा अर्थ है अख, नेत्र, चक्षु। इत्थे पाठ है लोएणा। हाँ, एक बेनती है कि इहदा पाठ नन्ने नाल नहीं करना, लोएना नहीं करना। पूरे गुरु ग्रंथ साहिब विच मैं हौमे च नहीं कह रहा प्यारिओ, किसी शब्द नूं अंकार नाल जोड़ के ना व्याख्या करो। समग्र गुरु ग्रंथ साहिब विच सिर्फ एक बारी नन्ने ना आया लोएना। ये गुरु ग्रंथ साहिब दे 407 अंग ते पाठ है। गुरु अर्जुन देव का शब्द है गुरह दिखायो लोएना, उत्थे नन्ने नाल है। उंज पूरे गुरु ग्रंथ साहिब च बाकी ये शब्द महाराज जी ने लोएणा वरत्या है। लोएण का अर्थ है अखां। हर अमृत भिन्ने लोएणा। महाराज कहते ने मेरियां अखां। सतगुरु गुरु रामदास बारे कहा जाता है, तो हुण बाणी तो महाराज कहते कहते उन्हां दे नेत्र हर वक्त भिजे रहिंदे सन। उन्हां दा स्वरूप हर वक्त नेत्र सिमदे रहने।
ਤੇ ਚਲੋ ਅਸੀਂ ਕਹਾਂਗੇ ਜਲ ਵਰਤਿਆ, ਮਹਾਰਾਜ ਕਹਿੰਦੇ ਨਹੀਂ, ਹਰ ਅੰਮ੍ਰਿਤ ਭਿੰਨੇ ਲੋਇਣਾ, ਮੇਰੀਆਂ ਅੱਖਾਂ ਜਿਹੜੀਆਂ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਨਾਲ ਭਿੱਜੀਆਂ ਹੋਈਆਂ ਨੇ। ਮਹਾਰਾਜ ਆਪਣੀ ਅਵਸਥਾ ਕਹਿ ਰਹੇ ਨੇ। ਤੇ ਅੱਜ ਜਦੋਂ ਸ਼ੁਰੂ ਕਰਨ ਲੱਗੇ ਮੇਰੇ ਮਨ 'ਚ ਆਇਆ, ਮਨਾ ਇਹ ਗੁਰੂ ਰਾਮਦਾਸ ਦੇ ਆਤਮਿਕ ਜੀਵਨ ਦੀ ਗੱਲ ਤੂੰ ਕਿੰਨੀ ਕੁ ਵਿਆਖਿਆ ਕਰ ਲਏਂ, ਜਿਨ੍ਹਾਂ ਦਾ ਆਪਣਾ ਇਹ ਜੀਵਨ ਕਹਿ ਰਹੇ ਨੇ ਇਹ ਕੁਝ ਮੇਰੇ ਨਾਲ ਹੋ ਰਿਹਾ, ਮੈਂ ਆਹ ਕੁਛ ਹਾਂ, ਤੇ ਸਾਡੀ ਕੀ ਤਾਕਤ ਖੁਸ਼ ਗਿਆਨ ਨਾਲ ਅਸੀਂ ਕਰ ਸਕੀਏ। ਹਰ ਅੰਮ੍ਰਿਤ ਭਿੰਨੇ ਲੋਇਣਾ, ਪ੍ਰਭੂ ਦੇ ਨਾਮ ਅੰਮ੍ਰਿਤ 'ਚ ਮੇਰੇ ਨੇਤਰ ਭਿੱਜੇ ਹੋਏ ਆ। ਮਹਾਰਾਜ ਕਿਉਂ? ਕਹਿਣ ਲੱਗੇ ਅਸਲ 'ਚ ਮਨ ਪ੍ਰੇਮ ਰਤਨਾ ਰਾਮ ਰਾਜੇ। ਮਨ ਸਾਡਾ ਮਨ ਸਿੱਧੇ ਅਰਥ ਕਰਾਂ ਪ੍ਰੇਮ, ਇੱਥੇ ਪ੍ਰੇਮ ਵਿੱਚ, ਤੇ ਰਤਨਾ ਦਾ ਲਫ਼ਜ਼ੀ ਅਰਥ ਰਤਿਆ ਹੋਇਆ, ਇਹਦਾ ਅਰਥ ਪੱਥਲ ਵਾਲਾ ਰਤਨ ਨਹੀਂ ਕਰਨਾ। ਮਹਾਰਾਜ ਕਹਿੰਦੇ ਸਾਡੇ ਨੇਤਰ ਪਰਮੇਸ਼ਵਰ ਦੇ ਨਾਮ ਅੰਮ੍ਰਿਤ 'ਚ ਭਿੱਜੇ ਹੋਏ ਨੇ, ਪਾਣੀ ਨਹੀਂ। ਇਹ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਸਾਡਾ ਜਿਹੜਾ ਅੰਦਰ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰਤਾ ਹੋਇਆ ਹੈ। ਇਹ ਅੱਖਾਂ ਦੇ ਆਂਸੂ ਜਾਂ ਅੱਖਾਂ ਦਾ ਨੀਰ ਜਿਹੜਾ ਅੰਮ੍ਰਿਤ ਹੈ, ਇਹ ਉਸ ਦੀ ਤੁਫੈਲਿਸ਼, ਉਹਦੀ ਬਰਕਤ ਨਾਲ ਹੈ, ਕਿਉਂਕਿ ਸਾਡਾ ਅੰਦਰ ਕਦੀ ਪਰਮਾਤਮਾ ਦੇ ਪ੍ਰੇਮ ਤੋਂ ਸੁੰਝਾ ਹੋਇਆ ਹੀ ਨਹੀਂ। ਵਾਹ ਵਾਹ, ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਮੇਰਾ ਮਨ ਪ੍ਰਭੂ ਦੇ ਪ੍ਰੇਮ ਦੇ ਵਿੱਚ ਰਤਾ ਹੋਇਆ। ਰਾਮ ਰਾਜੇ ਦੇ ਅਰਥ ਚਲੋ ਕਈਆਂ ਹੇ ਰਾਮ ਰਾਜਾ ਪ੍ਰਭੂ ਨੂੰ ਕਹਿ ਦਿੱਤਾ। ਉਂਝ ਵੈਸੇ ਗਿਆਨੀ ਹਰਬੰਸ ਸਿੰਘ ਲਿਖਦੇ ਆ ਕਿ ਪੁਰਾਤਨ ਜਿਹੜੇ ਰਬਾਬੀ ਸਨ, ਕੀਰਤਨੀਏ ਸਨ, ਉਹ ਹਰ ਤੁਕ ਨਾਲ ਅੱਗੇ ਰਾਮ ਰਾਜੇ ਲਾ ਲੈਂਦੇ ਸਨ। ਹੁਣ ਅੱਜ ਕੱਲ੍ਹ ਕੀਰਤਨ ਕਰਦੇ ਆ, ਜਿਹੜੀ ਤੁਕ ਜਿਵੇਂ ਕੰਚਨ ਸੁਵੀਨਾ, ਉਸ ਅੱਧੀ ਤੁਕ ਨੂੰ ਫਿਰ ਰਾਗੀ ਸਿੰਘ ਗਾ ਲੈਂਦੇ। ਇੱਥੇ ਰਾਮ ਰਾਜੇ ਕਹਿੰਦੇ ਨੇ ਵੀ ਇਹ ਚਾਲ ਹੈ, ਪਰ ਜੇ ਸਭ ਨਾਲ ਬੋਲੋ ਤਾਂ ਚਾਲ ਬਣਦੀ ਹੈ। ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਤੇ ਅੱਗੇ ਸਤਿਗੁਰੂ ਕਹਿੰਦੇ ਆ ਮਨ ਰਾਮ ਕਸਵੱਟੀ ਲਾਇਆ। ਸਾਡੇ ਮਨ ਨੂੰ ਰਾਮ ਦੇ ਮੰਮੇ ਨੂੰ ਸਿਹਾਰੀ ਹੈ ਰਾਮ ਨੇ, ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਕਸਵੱਟੀ ਲਾਇਆ। ਕਸਵੱਟੀ ਇਹ ਇੱਕ ਉਹ ਪੱਥਰ ਹੁੰਦਾ ਕਾਲੇ ਰੰਗ ਦਾ, ਜਿਹਦੇ 'ਤੇ ਸਵਰਨਕਾਰ ਸੁਨਾਰ ਵੀਰ ਜਿਹੜੇ ਨੇ ਉਸ ਧਾਤ ਨੂੰ ਰਗੜ ਕੇ ਕਸੌਟੀ 'ਤੇ ਲਾ ਕੇ ਪਤਾ ਕਰ ਲੈਂਦੇ ਆ ਇਹ ਅਸਲੀ ਹੈ ਕਿ ਨਕਲੀ ਹੈ। ਉਂਝ ਜਿਹੜਾ ਕਸਵੱਟੀ ਸ਼ਬਦ ਹੈ, ਮੈਂ ਅੱਖਰੀ ਅਰਥ ਆਪ ਨਾਲ ਜ਼ਰੂਰ ਰੋਜ਼ ਸਾਂਝੇ ਕਰਨੇ ਨੇ ਜਿੱਥੇ ਲਫ਼ਜ਼ ਮਿਲੇਗਾ ਸਾਨੂੰ। ਹੁਣ ਇੱਥੇ ਸ਼ਬਦ ਕਸਵੱਟੀ, ਇਹ ਸੰਸਕ੍ਰਿਤ ਵਿੱਚ ਇਹ ਲਫ਼ਜ਼ ਹੈ ਕਸ਼ਪੱਟੀ, ਪ੍ਰਕਿਰਤ ਵਿੱਚ ਇਹ ਸ਼ਬਦ ਬਣ ਗਿਆ ਕਸਪੱਟੀ। ਫਿਰ ਸੁਣਿਓ, ਸੰਸਕ੍ਰਿਤ ਵਿੱਚ ਕਸ਼ਪੱਟੀ, ਪ੍ਰਕਿਰਤ ਵਿੱਚ ਕਸਪੱਟੀ, ਤੇ ਜਦੋਂ ਇਹ ਅਸੀਂ ਪੰਜਾਬੀ 'ਚ ਬੋਲਿਆ ਇਹ ਬਣ ਗਿਆ ਕਸੌਟੀ, ਕਸਵੱਟੀ। ਤੇ ਕਈ ਵਾਰੀ ਪੰਜਾਬੀ 'ਚ ਬੋਲਣ ਵਾਲੇ ਕਸਵੱਟੀ ਵੀ ਕਹਿ ਦਿੰਦੇ ਆ, ਜਿੱਥੇ ਘਸਾਇਆ ਜਾਂਦਾ ਹੈ। ਮਹਾਰਾਜ ਨੇ ਸ਼ਬਦ ਵਰਤੇ ਨੇ ਬਾਣੀ 'ਚ। ਇਹ ਹੈ ਮਨ ਰਾਮ ਕਸਵੱਟੀ ਲਾਇਆ, ਕਿ ਜਿਵੇਂ ਇੱਕ ਸੋਨੇ ਨੂੰ ਪਰਖਣ ਦੇ ਲਈ ਜਿਹੜਾ ਸਵਰਨਕਾਰ ਹੈ ਉਹ ਉਸ ਕਸੌਟੀ 'ਤੇ, ਉਸ ਪੱਥਰ 'ਤੇ ਉਹ ਰਗੜ ਕੇ ਦੇਖਦਾ ਇਹ ਸ਼ੁੱਧ ਹੈ ਕਿ ਅਸ਼ੁੱਧ ਹੈ, ਇਹਦੇ 'ਚ ਮੈਲ ਕਿੰਨੀ ਕੁ ਹੈ। ਇੱਕ ਉਹਨਾਂ ਦਾ ਤਜਰਬਾ ਹੁੰਦਾ, ਦੂਜਾ ਉਹਨਾਂ ਨੂੰ ਪੱਥਰ ਇਹ ਕੰਮ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨੇ, ਰਾਮ ਨੇ, ਵਾਹਿਗੁਰੂ ਨੇ ਮੇਰਾ ਮਨ ਪ੍ਰੇਮ ਦੀ ਕਸਵੱਟੀ 'ਤੇ ਲਾ ਕੇ ਰਗੜਿਆ ਹੈ। ਮਹਾਰਾਜ ਆਪਣਾ ਤਜਰਬਾ ਦੱਸ ਰਿਹਾ, ਮਨ ਰਾਮ ਕਸਵੱਟੀ ਲਾਇਆ। ਕੰਚਨ ਸੋਵਿੰਨਾ, ਸੋਵਿੰਨਾ ਕੰਚਨ ਦਰ ਤੇ ਸੋਨਾ, ਸੋਵਿੰਨਾ ਦਰ ਤੇ ਸੋਹਣਾ ਪੱਕਾ। ਕਈ ਸੱਜਣਾ ਨੇ ਇਹਦੇ ਅਰਥ ਕੀਤੇ ਨੇ 100 ਵੰਨੀਆਂ ਦਾ, 100 ਵਾਰੀ ਤਾਂ ਕੇ, ਇਹਦਾ ਮਤਲਬ ਚੰਗੀ ਤਰ੍ਹਾਂ ਪਰਖ ਕਰਕੇ। ਕਈ ਸੱਜਣ 12 ਵੰਨੀਆਂ ਦਾ ਕਹਿੰਦੇ ਆ। ਇਹਦਾ ਅਰਥ ਸਿੱਧਾ ਕਰਾਂਗੇ ਕਿ ਪਰਮਾਤਮਾ ਨੇ, ਪਰਮੇਸ਼ਵਰ ਨੇ ਮੈਨੂੰ ਪ੍ਰੇਮ ਦੀ ਕਸੌਟੀ 'ਤੇ ਲਾ ਕੇ ਦੇਖਿਆ ਤੇ ਅੰਦਰ ਇਸ ਤਰ੍ਹਾਂ ਸ਼ੁੱਧ ਕਰ ਦਿੱਤਾ ਜਿਵੇਂ 12 ਵੰਨੀਆਂ ਦਾ ਸੋਨਾ ਸ਼ੁੱਧ ਹੈ, ਪਵਿੱਤਰ, ਇਹ 'ਚ ਮੈਲ ਨਹੀਂ ਕੋਈ। ਅਗਲਾ ਬਚਨ ਗੁਰਮੁਖ। ਹੁਣ ਦੇਖਿਓ ਇੱਥੇ ਹਉਮੈ 'ਚ ਨਹੀਂ ਲਗਾਏ ਮਹਾਰਾਜ। ਸਤਿਗੁਰੂ ਕਹਿੰਦੇ ਜੇ ਰੱਤਾ ਹੋਇਆ ਸਾਡੀ ਕਮਾਈ ਥੋੜ੍ਹਾ, ਗੁਰਮੁਖ ਪਾਠ, ਗੁਰਮੁਖ ਗੁਰੂ ਦੀ ਬਖਸ਼ਿਸ਼। ਗੁਰੂ ਨੇ ਰੰਗ ਚਲੂਲਿਆ, ਮੈਨੂੰ ਨਾਮ ਦੇ ਰੰਗ ਵਿੱਚ ਚਲੂਲਿਆ, ਰੰਗ ਦਿੱਤਾ, ਗੂੜਾ ਰੰਗ ਕਰ ਦਿੱਤਾ। ਮੇਰਾ ਮਨ ਤਨੋਂ ਭਿੰਨਾ, ਇੱਥੇ ਤਨ ਪਾਠ ਨਹੀਂ ਕਰਨਾ, ਤਨੋਂ ਹੈ। ਮੇਰਾ ਮਨ ਅਤੇ ਤਨ ਉਸ ਪਰਮਾਤਮਾ ਦੇ ਵਿੱਚ ਭਿੰਨਾ ਦਰ 'ਤੇ ਭਿੱਜ ਗਿਆ।
ਜਨ ਨਾਨਕ ਮੁਸ਼ਕ ਚਕੋਲਿਆ। ਇੱਥੇ ਘੱਗੇ ਨਾਲ ਨਹੀਂ, ਕੱਕੇ ਨਾਲ ਹੈ। ਦਾਸ ਨਾਨਕ ਧੰਨ ਗੁਰੂ ਰਾਮਦਾਸ ਕਹਿੰਦੇ ਚਕੋਲਿਆ ਦਾ ਅਰਥ ਹੁੰਦਾ ਹਿਲਾਣਾ। ਮਹਾਰਾਜ ਕਹਿੰਦੇ ਸਾਡੇ ਅੰਦਰ ਨੂੰ ਨਾਮ ਦੀ ਸੁਗੰਧੀ ਵਿੱਚ ਚੰਗੀ ਤਰ੍ਹਾਂ ਹਿਲਾ ਦਿੱਤਾ। ਸਭ ਜਨਮ ਧਨ ਧੰਨਾ, ਸਾਡਾ ਜਨਮ ਜਿਹੜਾ ਉਹ ਧੰਤਾ ਯੋਗ ਹੋ ਗਿਆ। ਇਹ ਨੇ ਅੱਜ ਦੇ ਇਸ ਸ਼ੰਤ ਦੇ ਆਰੰਭਕ ਜਿਹੜਾ ਇਹ ਪਦਾ ਹੈ, ਇਹਦੇ ਅਰਥ ਨੇ। ਮੈਂ ਸਿਰਫ ਅੱਖਰੀ ਅਰਥ ਕੀਤੇ ਆ। ਆਪ ਭਾਵਨਾ ਬਣਾਇਓ। ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਵਈਆਂ ਵਿੱਚੋਂ, ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਵਾਚਾਂਗੇ। ਕੱਲ੍ਹ ਇਸ ਅੰਮ੍ਰਿਤ ਬਚਨ ਦੇ ਮੈਂ ਅਰਥ ਸਮੇਤ ਵਿਆਖਿਆ ਕਰਨ ਦਾ ਯਤਨ ਕਰਾਂਗਾ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਵਕਤ ਕੱਢ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਰੋਜ਼ ਵਿਚਾਰ ਸਰਵਣ ਕਰਦੇ ਹੋ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।